ਆਦਿ ਪੁਰਖ ਆਦੇਸ ਆਦਿ ਵਖਾਣਿਆ। ਜਦੋਂ ਵੀ ਅਸੀਂ ਕਿਸੇ ਰਚਨਾ ਨੂੰ ਸ਼ੁਰੂ ਕਰਦੇ ਹਾਂ, ਚਾਹੇ ਸਾਡੇ ਪੁਰਾਣੇ ਲਿਖਾਰੀ ਹੁੰਦੇ ਸੀ, ਉਹ ਸਭ ਤੋਂ ਪਹਿਲਾਂ ਕਿਸੇ ਵੀ ਰਚਨਾ ਨੂੰ ਲਿਖਣ ਤੋਂ ਪਹਿਲਾਂ ਵਾਹਿਗੁਰੂ ਦਾ, ਅਕਾਲ ਪੁਰਖ ਦਾ ਓਟ ਆਸਰਾ ਲੈਂਦੇ ਹੁੰਦੇ ਸੀ। ਇਸ ਕਰਕੇ ਹੁਣ ਇਹ ਤੀਜੀ ਵਾਰ ਦੀ ਆਰੰਭਤਾ ਹੈ। 2 ਵਾਰਾਂ ਸਮਾਪਤ ਹੋ ਚੁੱਕੀਆਂ ਨੇ, ਭਾਵੇਂ ਅਸੀਂ ਵਾਰਾਂ ਨੂੰ ਇਕੱਠਾ ਹੀ ਵਿਚਾਰਦੇ ਪਏ ਹਾਂ। ਹੁਣ ਤੀਜੀ ਵਾਰ ਸ਼ੁਰੂ ਹੋ ਚੁੱਕੀ ਹੈ। ਇਸ ਕਰਕੇ ਇਹਦੇ ਸ਼ੁਰੂ ਵਿੱਚ ਵੀ ਇੱਕ ਨਿਯਮ ਜਿਹੜਾ ਹੈ ਉਹ ਭਾਈ ਗੁਰਦਾਸ ਸਾਹਿਬ ਨੇ ਨਿਭਾਇਆ ਹੈ ਵੀ ਵਾਰ ਕਰਨੀ ਹੈ ਗੁਰੂ ਦੇ ਬਾਰੇ, ਸਿੱਖ ਦੇ ਬਾਰੇ, ਪਰ ਸਭ ਤੋਂ ਪਹਿਲਾਂ ਓਟ ਆਸਰਾ ਅਕਾਲ ਪੁਰਖ ਵਾਹਿਗੁਰੂ ਦਾ ਮੰਗਿਆ ਗਿਆ ਹੈ। ਆਦਿ ਪੁਰਖ ਆਦੇਸ, ਆਦੇਸ ਦਾ ਮਤਲਬ ਹੋ ਗਿਆ ਨਮਸਕਾਰ, ਜਿਹਨੂੰ ਅਸੀਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹਦੇ ਨਾਲ ਹੀ ਮਿਲਦਾ ਜੁਲਦਾ ਸ਼ਬਦ ਹੈ ਆਦੇਸ਼। ਉਹ ਗੁਰਬਾਣੀ ਦੇ ਵਿੱਚ ਇਸ ਰੂਪ ਦੇ ਵਿੱਚ ਅਸੀਂ ਇਹਨੂੰ ਨਹੀਂ ਪੜ੍ਹ ਸਕਦੇ। ਇੱਥੇ ਆਦੇਸ਼ ਦਾ ਮਤਲਬ ਹੈ ਨਮਸਕਾਰ। ਆਦਿ ਪੁਰਖ, ਆਦਿ ਦਾ ਮਤਲਬ ਹੈ ਸ਼ੁਰੂਆਤ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਆਦਿ ਪੁਰਖ ਨੂੰ ਸਾਡੀ ਆਦੇਸ਼ ਹੈ, ਸਾਡਾ ਨਮਸਕਾਰ ਹੈ ਆਦਿ ਪੁਰਖ। ਆਦਿ ਪੁਰਖ ਕੌਣ ਹੈ? ਅਕਾਲ ਪੁਰਖ ਵਾਹਿਗੁਰੂ, ਜਿਹੜਾ ਸਾਰਿਆਂ ਦਾ ਆਦਿ ਹੈ, ਜਿਹੜਾ ਸਾਰਿਆਂ ਦਾ ਸ਼ੁਰੂਆਤ ਹੈ, ਮੁੱਢ ਹੈ। ਆਦਿ ਵਖਾਣਿਆ, ਜਿਹਨੂੰ ਸਾਰਿਆਂ ਦਾ ਆਦਿ ਕਿਹਾ ਜਾਂਦਾ ਹੈ। ਰੱਬ ਦੀ ਗੱਲ, ਰੱਬ ਨੂੰ ਸਾਡਾ ਸਲਾਮ ਹੈ, ਨਮਸਕਾਰ ਹੈ, ਜਿਹਨੂੰ ਸਾਰਿਆਂ ਦਾ ਆਦਿ ਬੋਲਿਆ ਜਾਂਦਾ ਹੈ। ਸੋ ਸਤਿਗੁਰ ਸੱਚਾ ਵੇਸ, ਸ਼ਬਦ ਸਿਜਾਣਿਆ, ਕਿ ਰੱਬ ਨੂੰ ਤੇ ਸਾਡੀ ਨਮਸਕਾਰ ਹੈ। ਹੁਣ ਅਗਲੀ ਗੱਲ ਕੀ ਹੈ ਵੀ ਭਾਈ ਅਸੀਂ ਗੱਲ ਕਰਨੀ ਹੈ ਗੁਰੂ ਦੇ ਬਾਰੇ, ਵੀ ਗੁਰੂ ਕਿਵੇਂ ਦਾ ਹੁੰਦਾ ਹੈ, ਸਿੱਖ ਕਿਵੇਂ ਦਾ ਹੁੰਦਾ ਹੈ। ਤੇ ਪਰ ਇੱਕ ਪੰਕਤੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਗੁਰੂ ਦੇ ਬਾਰੇ ਗੱਲ ਬੋਲ ਦਿੱਤੀ ਹੈ, ਸੋ ਸਤਿਗੁਰ ਸੱਚਾ ਵੇਸ। ਉਹ ਸਤਿਗੁਰੂ ਹੈ, ਉਹਦਾ ਵੇਸ, ਉਹਦਾ ਗੁਰੂ ਹੋਣਾ ਸੱਚਾ ਹੈ। ਮਤਲਬ ਤੁਸੀਂ ਵੇਖਦੇ ਜੇ ਵੀ ਕਿੰਨਿਆਂ ਬੰਦਿਆਂ ਦੇ ਨਾਵਾਂ ਦੇ ਨਾਲ ਗੁਰੂ ਸ਼ਬਦ ਲੱਗਦਾ ਹੈ। ਕਿੰਨੇ ਨੇ ਹਿੰਦੁਸਤਾਨ ਦੇ ਵਿੱਚ, ਘਾਟ ਨਹੀਂ ਹੈ। ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਵੀ ਗੁਰੂ ਬਹੁਤ ਜ਼ਿਆਦਾ ਨੇ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਸੱਚਾ ਵੇਸ ਕਿਹਦਾ ਹੈ? ਵੇਸ ਦਾ ਮਤਲਬ ਹੁੰਦਾ ਹੈ ਪਹਿਰਾਵਾ। ਪਹਿਰਾਵੇ ਦਾ ਮਤਲਬ ਇੱਥੇ ਹੁਣ ਬਾਹਰ ਦਾ ਪਹਿਰਾਵਾ ਨਹੀਂ, ਪਹਿਰਾਵੇ ਦਾ ਇੱਥੇ ਮਤਲਬ ਆ ਗਿਆ ਜਿਹੜਾ ਉਹਦਾ ਸਮੁੱਚਾ ਕਰੈਕਟਰ ਹੈ, ਵੀ ਗੁਰੂ ਕਿਵੇਂ ਦਾ ਹੈ। ਸੋ ਸਤਿਗੁਰ ਸੱਚਾ ਵੇਸ, ਉਹ ਸਤਿਗੁਰੂ ਹੈ, ਉਹਦਾ ਵੇਸ ਸੱਚਾ ਹੈ। ਕਿਸ ਦਾ? ਸ਼ਬਦ ਸਿਜਾਣਿਆ, ਜਿਸ ਗੁਰੂ ਦੇ ਸ਼ਬਦ ਤੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਸਿਆਣ ਲਿਆ ਹੈ। ਸਿਆਣਨ ਦਾ ਮਤਲਬ ਹੁੰਦਾ ਹੈ ਪਛਾਨਣਾ। ਗੁਰੂ ਦਾ ਭਾਵ ਕੀ ਹੈ? ਅਸੀਂ ਇੱਕ ਬਚਨ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਹਜ਼ੂਰ ਕਹਿੰਦੇ ਨੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਜਿੱਦਾਂ ਦਾ ਮੈਂ ਸਤਿਗੁਰੂ ਨੂੰ ਸੁਣਿਆ ਹੈ ਨਾ, ਮੈਂ ਉੱਦਾਂ ਦਾ ਉਹਨੂੰ ਵੇਖ ਲਿਆ ਹੈ। ਤੇ ਕੀ ਵੇਖਿਆ ਹੈ? ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਗੁਰੂ ਇੱਦਾਂ ਦਾ ਹੈ ਜਿਹੜਾ ਵਿਛੜਿਆਂ ਹੋਇਆਂ ਨੂੰ ਪ੍ਰਭੂ ਦੇ ਨਾਲ ਮਿਲਾ ਦਿੰਦਾ ਹੈ। ਹੁਣ ਇਹੀ ਗੱਲ ਇੱਥੇ ਭਾਈ ਗੁਰਦਾਸ ਸਾਹਿਬ ਕਰਦੇ ਪਏ ਨੇ। ਸੋ ਸਤਿਗੁਰ ਸੱਚਾ ਵੇਸ, ਉਹ ਗੁਰੂ ਸੱਚਾ ਹੈ ਕਿਹੜਾ? ਸ਼ਬਦ ਸਿਜਾਣਿਆ, ਜਿਹਦੇ ਸ਼ਬਦ ਦੇ ਨਾਲ ਅਸੀਂ ਮਾਲਕ ਨੂੰ ਪਹਿਚਾਣ ਲਿਆ ਹੈ। ਇੱਕ ਗੱਲ ਆਪ ਜੀ ਦੇ ਅੱਗੇ ਮੈਂ ਕਰਾਂ। ਵੇਖੋ, ਇੱਕ ਆਮ ਜੀ ਜਿਹੜੀ ਸੋਚ ਹੁੰਦੀ ਹੈ ਨਾ, ਆਮ ਜੀ ਸੋਚ ਦੇ ਵਿੱਚ ਸਿਰਫ ਗੁਰੂ ਜਿਹਨੂੰ ਅੱਜ ਕੱਲ੍ਹ ਮੰਨਿਆ ਜਾ ਰਿਹਾ ਹੈ, ਉਹ ਇਸੇ ਚੀਜ਼ ਨੂੰ ਮੰਨ ਲਿਆ ਜਾ ਰਿਹਾ ਹੈ। ਇਹਦੇ ਪਿੱਛੇ ਦੁਨੀਆ ਬਹੁਤ ਹੈ, ਇਸ ਕਰਕੇ ਅਸੀਂ ਵੀ ਇਹਦੇ ਪਿੱਛੇ ਲੱਗ ਗਏ ਹਾਂ। 4 ਬੰਦੇ ਇਹਦੇ ਗੁਣ ਗਾਉਣ ਵਾਲੇ ਨੇ, ਇਸ ਕਰਕੇ ਅਸੀਂ ਵੀ ਇਹਦੇ ਪਿੱਛੇ ਲੱਗ ਗਏ ਹਾਂ। ਪਰ ਮੈਂ ਕਿਉਂਕਿ ਕਾਫੀ ਵਾਰ ਇਸ ਗੱਲ ਨੂੰ ਬੋਲਿਆ ਹੈ, ਬਹੁਤਿਆਂ ਦੀਆਂ ਗੱਲਾਂ ਸੁਣੀਆਂ ਨਾ, ਤੇ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਇੱਕ ਵੀ ਇੱਦਾਂ ਦੀ ਗੱਲ ਲੱਭਦੀ ਹੀ ਨਹੀਂ ਵੀ ਇਹ ਗੁਰੂ ਵਾਲੀ ਕੋਈ ਗੱਲ ਕਰਦੇ ਪਏ ਨੇ। ਮੈਂ ਨਹੀਂ ਕਹਿੰਦਾ ਕਿ ਮੈਂ ਬੜੇ ਉੱਚੇ ਲੈਵਲ ਵਾਲਾ ਹਾਂ, ਅਸੀਂ ਤੇ ਪ੍ਰਚਾਰਕ ਹਾਂ, ਪਰ ਘੱਟੋ ਘੱਟ ਗੁਰੂ ਦਾ ਮਤਲਬ ਹੀ ਇਹ ਹੁੰਦਾ ਹੈ ਜਿਹੜਾ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਤੇ ਗਿਆਨ ਦਾ ਚਾਨਣ ਪੈਦਾ ਕਰ ਦਿੰਦਾ ਹੈ। ਤੇ ਇੰਨੀਆਂ ਚੇਲਿਆਂ ਦੀਆਂ ਭੀੜਾਂ ਤੇ ਅਗਿਆਨਤਾ ਦੇ ਵੀ ਢੇਰ ਲੱਗੇ ਪਏ ਨੇ ਦਿਮਾਗ ਦੇ ਵਿੱਚ, ਅਗਿਆਨਤਾ ਵੀ ਓਨੀ ਹੀ ਹੈ। ਤੇ ਫਿਰ ਕਿੱਦਾਂ ਕਹਿ ਸਕਦੇ ਹਾਂ ਵੀ ਗੁਰੂਆਂ ਦੇ ਪਿੱਛੇ ਚੱਲਦੇ ਨੇ? ਬਾਬਾ ਕਬੀਰ ਤੇ ਉਹਨਾਂ ਨੂੰ ਫਿਰ ਕਹਿੰਦੇ ਨੇ, ਆਪ ਡੁੱਬੇ ਚਹੁ ਬੇਦ ਮੇ ਚੇਲੇ ਦੀਏ ਬਹਾਏ। ਨਾਲੇ ਤੇ ਆਪ ਡੁੱਬ ਗਏ, ਨਾਲੇ ਚੇਲਿਆਂ ਨੂੰ ਵੀ ਲੈ ਕੇ ਬਹਿ ਗਏ।
ਗੁਰੂ ਅਸਲ ਦੇ ਵਿੱਚ ਉਹ ਨਹੀਂ ਹੈ ਜਿਹਦੇ ਬਸ ਅਸੀਂ ਕੱਪੜੇ ਚੰਗੇ ਵੇਖ ਲਏ, ਪਿੱਛੇ ਪਬਲਿਕ ਵੇਖ ਲਈ ਤੇ ਬਸ ਪਬਲਿਕ ਦੇ ਕਰਕੇ ਹੀ ਦੁਨੀਆ ਉਹਦੇ ਪਿੱਛੇ ਤੁਰ ਪਈ ਵੀ ਇੰਨੇ ਜਣੇ ਤੁਰੇ ਜਾਂਦੇ ਨੇ, ਗਲਤ ਥੋੜ੍ਹਾ ਹੋਣਗੇ। ਤੇ ਮੈਂ ਇੱਕ ਗੱਲ ਮਸਕੀਨ ਸਾਹਿਬ ਜੀ ਦੀ ਆਪ ਜੀ ਦੇ ਅੱਗੇ ਰੱਖ ਦੇਵਾਂ। ਕਹਿੰਦੇ ਮੈਨੂੰ ਕਿਸੇ ਡੇਰੇ ਦੇ ਵਿੱਚ ਕਥਾ ਕਰਨ ਦਾ ਮੌਕਾ ਮਿਲ ਗਿਆ, ਉਹਨਾਂ ਨੇ ਸੱਦ ਲਿਆ ਸਾਨੂੰ। ਤੇ ਸੁਭਾਵਿਕ ਜੀ ਗੱਲ ਸੀ, ਹਰ ਇੱਕ ਬੰਦੇ ਦਾ ਨਾ ਮਨ ਦੇ ਵਿੱਚ ਇੱਕ ਖਿਆਲ ਹੁੰਦਾ ਵੀ ਮੇਰਾ ਪ੍ਰਭਾਵ ਦੂਸਰੇ ਦੇ ਉੱਤੇ ਪਵੇ, ਹਰ ਇੱਕ ਬੰਦੇ ਦਾ। ਇਹ ਆਮ ਜਿਹੀ ਦੁਨਿਆਵੀ ਹਾਲਤ ਵੀ ਹੁੰਦੀ ਹੈ ਵੀ ਅਸੀਂ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੇ ਹਾਂ, ਅਸੀਂ ਘਰ ਦੇ ਵਿੱਚ ਕੋਈ ਆਉਂਦਾ ਹੈ ਤੇ ਉਹਦੇ ਉੱਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦੇ ਹਾਂ। ਜ਼ਰੂਰੀ ਨਹੀਂ ਵੀ ਬੜੇ ਉੱਚੇ ਲੈਵਲ ਦਾ ਪਾਉਣਾ ਚਾਹੁੰਦੇ ਹਾਂ, ਪਰ ਕਿਤੇ ਨਾ ਕਿਤੇ ਆਪਣਾ ਹੱਥ ਅਸੀਂ ਉੱਤੇ ਰੱਖਣਾ ਚਾਹੁੰਦੇ ਹਾਂ ਵੀ ਜੋ ਕੁਝ ਹੈ ਮੇਰੇ ਕੋਲ ਉਹਦੇ ਨਾਲੋਂ ਜ਼ਿਆਦਾ ਹੈ। ਜੇ ਖੁਸ਼ੀ ਹੈ ਤੇ ਮੇਰੇ ਕੋਲ ਜ਼ਿਆਦਾ ਹੈ, ਜੇ ਦੁੱਖ ਹੈ ਤੇ ਤੇਰੇ ਕੋਲ ਕੀ ਹੈ, ਮੇਰੇ ਕੋਲ ਜ਼ਿਆਦਾ ਹੈ। ਜੇ ਕੋਈ ਵੀ ਚੀਜ਼ ਹੈ, ਇੱਦਾਂ ਹੀ ਧਾਰਮਿਕ ਬੰਦਿਆਂ ਦੇ ਵਿੱਚ ਦੌੜ ਹੁੰਦੀ ਹੈ। ਹਰ ਇੱਕ ਜਾਣਾ ਆਪਣਾ ਪ੍ਰਭਾਵ ਸੁੱਟਣਾ ਚਾਹੁੰਦਾ ਹੈ ਵੀ ਤੁਹਾਡੇ ਕੋਲ ਕੀ ਹੈ ਤੇ ਮੇਰੇ ਕੋਲ ਕੀ ਹੈ। ਉਹ ਕਹਿੰਦੇ ਮੈਨੂੰ ਡੇਰੇ ਦੇ ਵਿੱਚ ਕਥਾ ਕਰਨ ਦਾ ਮੌਕਾ ਮਿਲ ਗਿਆ ਤੇ ਅਜੇ ਕਥਾ ਸ਼ੁਰੂ ਹੋਣੀ ਸੀ ਤੇ ਮੈਨੂੰ ਉਹਦੇ ਚੇਲੇ ਜਿਹੜੇ ਸੀ ਬਾਬੇ ਦੇ, ਕਦੀ ਕਿਤੇ ਲਈ ਫਿਰਨ, ਕਦੀ ਕਿਤੇ ਲਈ ਫਿਰਨ, ਵੀ ਕਦੀ ਕਿਸੇ ਗੱਡੀ ਨੂੰ ਵਿਖਾ ਦੇਣ ਵੀ ਸਾਡੇ ਬਾਬਾ ਜੀ ਕੋ ਆਹ ਗੱਡੀ ਤੁਸੀਂ ਸੁਣ ਸਕਦੇ ਜੇ ਕਥਾ ਉਹਨਾਂ ਦੀ, ਉਹਨਾਂ ਨੇ ਬੋਲਿਆ ਹੈ। ਤੇ ਉਹ ਕਦੀ ਕੋਈ ਗੱਡੀ ਵਿਖਾ ਦੇਣ, ਕਦੀ ਡੇਰੇ ਦੇ ਵਿੱਚ ਕੋਈ ਚੀਜ਼ ਵਿਖਾ ਦੇਣ। ਤੇ ਕਹਿੰਦੇ ਵੀ ਮੈਂ ਗੱਲ ਕਹੀ ਵੀ ਮੈਨੂੰ ਆਪਣੇ ਬਾਬੇ ਨਾਲ ਮਿਲਾਓ, ਮੈਂ ਕੋਈ ਰੱਬ ਦੀ ਗੱਲ ਉਹਦੇ ਨਾਲ ਕਰ ਲਾਂ। ਗੱਡੀਆਂ ਤੇ ਰੱਬ ਦੀ ਕਿਰਪਾ ਦੇ ਨਾਲ ਜਦੋਂ ਮੈਂ ਬਾਹਰ ਘੁੰਮਦਾ ਹਾਂ, ਮੇਰੇ ਤੋਂ ਵੀ ਚੰਗੀਆਂ ਵੇਖੀਆਂ ਹੋਈਆਂ ਨੇ। ਮੈਂ ਇੱਥੇ ਗੱਡੀਆਂ ਵੇਖਣ ਨਹੀਂ ਆਇਆ, ਮੈਂ ਤੁਹਾਡੇ ਬਾਬੇ ਦੀ ਕੋਈ ਗੱਲ ਸੁਣਨ ਆਇਆ ਵੀ ਉਹਦੇ ਕੋਲੋਂ ਕੋਈ ਰੱਬ ਦੀ ਗੱਲ ਵੀ ਮੈਨੂੰ ਸੁਣਨ ਦੇ ਲਈ ਮਿਲਦੀ ਹੈ। ਹੁਣ ਇਹ ਤੇ ਤਾਂ ਹੋਵੇਗਾ ਨਾ ਜੇ ਸਾਨੂੰ ਪਤਾ ਵੀ ਬਾਬੇ ਦੇ ਕੋਲ ਗੱਡੀਆਂ ਵੇਖਣ ਨਹੀਂ ਜਾਈਦਾ। ਤੇ ਜਦੋਂ ਮੰਗਣ ਹੀ ਲੋਕ ਬਾਬੇ ਦੇ ਕੋਲੋਂ ਗੱਡੀਆਂ ਜਾਂਦੇ ਨੇ ਤੇ ਬਾਬੇ ਦੀਆਂ ਗੱਡੀਆਂ ਵੇਖ ਕੇ ਲੋਕਾਂ ਨੇ ਮੋੜਨਾ ਵੀ ਸਾਡੇ ਬਾਬੇ ਦੇ ਕੋਲ ਕਿੰਨੇ ਲੱਖ ਵਾਲੀ ਗੱਡੀ ਹੈ। ਇਸ ਕਰਕੇ ਗੁਰੂ ਦਾ ਮਤਲਬ ਇਹ ਨਹੀਂ ਵੀ ਗੁਰੂ ਸਾਨੂੰ ਡੇਰਾ ਕਿੱਡਾ ਵੱਡਾ ਵਿਖਾ ਰਿਹਾ ਹੈ ਤੇ ਗੁਰੂ ਦੇ ਡੇਰੇ ਦਾ ਰੰਗ ਕਿਹੜਾ ਹੈ ਜਾਂ ਗੁਰੂ ਦੀ ਗੱਡੀ ਕਿਹੜੀ ਹੈ। ਤੇ ਜਿਹੜੇ ਗੁਰੂ ਦੀ ਸੋਚ ਗੱਡੀ 'ਚ ਫਸੀ ਪਈ ਹੈ ਜਾਂ ਉਹਦੇ ਚੇਲਿਆਂ ਦੀ ਸੋਚ ਗੱਡੀ 'ਚ ਫਸੀ ਪਈ ਹੈ, ਉਹ ਆਮ ਜੇ ਦੁਨਿਆਵੀ ਬੰਦੇ ਨਾਲੋਂ ਕਿਤੇ ਉੱਚਾ ਹੈ। ਜਿਹੜਾ ਆਮ ਬੰਦਾ ਗੱਡੀਆਂ ਦੇ ਬਾਰੇ ਸੋਚਦਾ ਜਿਹਾ ਗੁਰੂ ਸੋਚੀ ਜਾਂਦਾ ਹੈ। ਇਸ ਕਰਕੇ ਅਸੀਂ ਉਹਨਾਂ ਦੇ ਕੋਲੋਂ ਲੈਣ ਕੀ ਜਾਂਦੇ ਹਾਂ, ਸਮਝਣ ਕੀ ਜਾਂਦੇ ਹਾਂ ਵੀ ਕਿਤੇ ਗੱਡੀਆਂ 'ਤੇ ਨਹੀਂ ਵੇਖ ਆਉਂਦੇ ਜਾਂ ਕਿਤੇ ਨਵੇਂ ਰੂਮ ਵੇਖ ਆਉਂਦੇ ਹਾਂ ਵੀ ਵਾਹ ਜੀ ਵਾਹ ਬੜੇ ਲਗਜ਼ਰੀ ਰੂਮ ਬਣੇ ਹੋਏ ਨੇ, ਇਹ ਤਾਂ ਹੋਟਲਾਂ ਦੇ ਵਿੱਚ ਵੀ ਨੇ, ਉੱਥੇ ਵੀ ਜਾ ਸਕਦਾ ਬੰਦਾ। ਅਸੀਂ ਇਹ ਨਹੀਂ ਵੇਖਣ ਜਾਂਦੇ ਗੁਰੂ ਦੇ ਕੋਲ। ਭਾਈ ਗੁਰਦਾਸ ਸਾਹਿਬ ਕਹਿੰਦੇ ਸੋ ਸਤਿਗੁਰ ਸੱਚਾ ਵੇਸ ਸ਼ਬਦ ਸਿਆਣਿਆ। ਜਿਹਦੇ ਸ਼ਬਦ ਤੋਂ, ਜਿਹਦੇ ਸ਼ਬਦ ਦੇ ਦੁਆਰਾ ਅਸੀਂ ਵਾਹਿਗੁਰੂ ਨੂੰ ਪਹਿਚਾਣ ਲਿਆ ਹੈ, ਗੁਰੂ ਉਹ ਹੈ ਜਿਹਦੇ ਬੋਲਾਂ ਦੇ ਵਿੱਚੋਂ ਰੱਬ ਦੀ ਗੱਲ ਪਤਾ ਲੱਗਦੀ ਹੋਵੇ। ਜਿਹੜਾ ਆਹ 4-5 ਦੁਨਿਆਵੀ ਗੱਲਾਂ ਹੀ ਸੁਣਾ ਕੇ ਮੁੜ ਜਾਂਦਾ ਹੈ, ਉਹ ਗੁਰੂ ਤੇ ਨਹੀਂ ਹੈ, ਉਹ ਟੀਚਰ ਹੋ ਸਕਦਾ ਹੈ, ਉਹ ਫੋਕਾ ਗਿਆਨੀ ਹੋ ਸਕਦਾ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ। ਗੁਰੂ ਜਦੋਂ ਉਪਦੇਸ਼ ਕਰਦਾ ਹੈ ਨਾ, ਸ਼ਬਦ ਤੇ ਸੁਰਤ ਦਾ ਉਪਦੇਸ਼ ਕਰਦਾ ਹੈ। ਗੁਰੂ ਸ਼ਬਦ ਬਖਸ਼ਦਾ ਹੈ, ਪਰ ਉਹ ਸ਼ਬਦ ਕਿੱਥੇ ਕੰਮ ਆਉਂਦਾ ਹੈ? ਸਾਡੀ ਸੁਰਤ ਦੇ ਕੰਮ ਆਉਂਦਾ ਹੈ। ਕਹਿਣ ਦਾ ਭਾਵ ਕੀ ਹੈ? ਗੁਰੂ ਜੋ ਹੈ ਨਾ, ਉਹ ਇੱਦਾਂ ਦੀ ਖੇਡ ਸਾਡੀ ਜ਼ਿੰਦਗੀ 'ਚ ਵਰਤਾ ਦਿੰਦਾ ਹੈ ਵੀ ਸਾਡਾ ਸ਼ਬਦ ਤੇ ਸੁਰਤ ਦਾ ਗਿਆਨ ਪੱਕਾ ਹੋ ਜਾਂਦਾ ਹੈ। ਸਾਨੂੰ ਸਾਡੀ ਸੁਰਤ ਸ਼ਬਦ ਦੇ ਨਾਲ ਜੁੜ ਜਾਂਦੀ ਹੈ। ਸ਼ਬਦ ਸੁਰਤ ਉਪਦੇਸ਼, ਗੁਰੂ ਦੱਸਦਾ ਹੈ ਵੀ ਸ਼ਬਦ ਦੇ ਵਿੱਚ ਸੁਰਤ ਕਿੱਦਾਂ ਜੋੜਨੀ ਹੈ। ਸੱਚ ਸਮਾਣਿਆ, ਸਾਡਾ ਵਾਸਾ ਸੱਚ ਦੇ ਵਿੱਚ ਹੋ ਜਾਂਦਾ ਹੈ। ਸਾਧ ਸੰਗਤ ਸੱਚ ਦੇਸ਼, ਇਹ ਜਿਹੜੀ ਬੜੀ ਕੀਮਤੀ ਪੰਕਤੀ ਮੈਨੂੰ ਲੱਗੀ ਹੈ ਤੇ ਮੈਂ ਇਸ ਕਰਕੇ ਇਹਦੇ ਵਿੱਚੋਂ ਆਪ ਜੀ ਦੇ ਅੱਗੇ ਵਿਚਾਰ ਰੱਖਣੀ ਹੈ। ਸਾਧ ਸੰਗਤ ਸੱਚ ਦੇਸ਼ ਘਰ ਪਰਵਾਣਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਦੇ ਰਹਿਣ ਦਾ ਅਸਥਾਨ ਕੀ ਹੈ? ਸਾਧ ਸੰਗਤ। ਬਾਬਾ ਜੀ ਮੇਰੇ ਸਾਹਮਣੇ ਬੈਠੇ ਜੇ ਤੁਸੀਂ, ਸਾਧ ਸੰਗਤ ਸੱਚ ਦੇਸ਼, ਪਿੱਛੇ ਤੁਹਾਡੇ ਸਾਧ ਸੰਗਤ ਜਿਹੜੀ ਹੈ ਨਾ, ਉਹ ਬੜਾ ਇੱਦਾਂ ਦਾ ਦੇਸ਼ ਹੈ, ਪਵਿੱਤਰ ਦੇਸ਼ ਹੈ, ਸੱਚਾ ਦੇਸ਼ ਹੈ। ਤੇ ਮੈਂ ਬੇਨਤੀ ਕਰ ਦੇਵਾਂ, ਪਤਾ ਨਹੀਂ ਅਸੀਂ ਸੰਗਤ ਨੂੰ ਉਸ ਲੈਵਲ ਦੇ ਉੱਤੇ ਸੋਚ ਪਾਉਂਦੇ ਹਾਂ ਕਿ ਨਹੀਂ ਸੋਚ ਪਾਉਂਦੇ। ਸੰਗਤ 4-5 ਬੰਦਿਆਂ ਦਾ ਇਕੱਠ ਨਹੀਂ ਹੈ ਵੀ ਅਸੀਂ ਕਹੀਏ ਵੀ ਜਿੱਥੇ ਭੀੜ ਜ਼ਿਆਦਾ ਹੈ ਇੱਥੇ ਵਧੀਆ ਸੰਗਤ ਹੋਵੇਗੀ, ਤੇ ਜਿੱਥੇ ਭੀੜ ਘੱਟ ਹੈ ਉੱਥੇ ਤੇ ਸੰਗਤ ਦਾ ਆਨੰਦ ਹੀ ਨਹੀਂ ਹੈ। ਸੰਗਤ ਦਾ ਮਤਲਬ ਹੀ ਸਿਰਫ ਇੰਨਾ ਕੁ ਹੈ ਕਿ ਜਿੱਥੇ ਸਮਝ ਲਓ ਅਸੀਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਗਏ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ।
ਜੇ ਇੱਕ ਹੈ ਤੇ ਇਕੱਲਾ ਸਿੱਖ ਹੈ, ਜੇ ਦੋ ਜਣੇ ਬੈਠੇ ਨੇ ਨਾ ਦੋਵਾਂ ਦੀ ਸੰਗਤ ਹੋ ਗਈ ਹੈ। ਈਵਨ ਕਿ ਇੱਦਾਂ ਕਹਿ ਲਈਏ ਕਿ ਜੇ ਘਰ ਦੇ ਮੈਂਬਰ ਆਪਸ ਦੇ ਵਿੱਚ ਬੈਠ ਕੇ ਪਾਠ ਕਰਦੇ ਪਏ ਨੇ ਤੇ ਉਹ ਵੀ ਸਾਧ ਸੰਗਤ ਹੋ ਗਈ ਹੈ। ਸਾਧ ਸੰਗਤ ਸੱਚ ਦੇਸ਼ ਘਰ ਪਰਵਾਣਿਆ। ਸਾਧ ਸੰਗਤ ਜਿਹੜਾ ਹੈ ਅਸਥਾਨ ਹੈ ਜੋ, ਇਹ ਬੜੇ ਕਮਾਲ ਦਾ ਦੇਸ਼ ਹੈ, ਇਹ ਬੜੇ ਕਮਾਲ ਦਾ ਅਸਥਾਨ ਹੈ। ਆਮ ਜਿਹਾ ਅਸਥਾਨ ਨਹੀਂ ਹੈ। ਆਮ ਜੇ ਬੰਦੇ ਹੁੰਦੇ ਨੇ 40-50 ਬੰਦੇ ਤੇ ਕਿਤੇ ਵੀ ਇਕੱਠੇ ਕਰ ਲਓ, ਲੋਕੀ ਥੋੜ੍ਹਾ ਜਿਹਾ ਰੌਲਾ ਪੈ ਜਾਵੇ ਤੇ 50 ਬੰਦੇ ਉੱਥੇ ਵੀ ਇਕੱਠੇ ਹੋ ਜਾਂਦੇ ਨੇ, ਪਰ ਉਹਨੂੰ ਸੰਗਤ ਨਹੀਂ ਅਸੀਂ ਕਹਿ ਸਕਦੇ। ਇਸ ਸੰਗਤ ਦਾ ਇੱਕ ਲੈਵਲ ਹੈ, ਗੁਰੂ ਦੀ ਸੰਗਤ ਦਾ ਇੱਕ ਲੈਵਲ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਹਿਜ ਸਮਾਧ ਸਾਧ ਸੰਗਤ ਮੈਂ ਸੱਚਖੰਡ, ਸਤਿਗੁਰ ਪੂਰਨ ਬ੍ਰਹਮ ਕੋ ਨਿਵਾਸ ਹੈ। ਸੰਗਤ ਨੂੰ ਜਦੋਂ ਅਸੀਂ ਕਰਨਾ ਹੁੰਦਾ ਹੈ ਨਾ, ਗੁਰਦੁਆਰੇ ਵਿੱਚ ਅਸੀਂ ਬੈਠੇ ਹੁੰਦੇ ਹਾਂ ਤੇ ਉਦੋਂ ਇੱਦਾਂ ਬੈਠਣਾ ਹੁੰਦਾ ਹੈ ਵੀ ਭਾਈ ਮੈਂ ਗੁਰੂ ਦੇ ਕੋਲ ਆ ਕੇ ਬੈਠਾ ਹਾਂ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਸੰਗਤ ਹੈ ਹੀ ਇੱਦਾਂ ਦੇ ਹੀ ਜਿੱਥੇ ਆਉਂਦਿਆਂ ਸਾਡੀ ਸਹਿਜ ਸਮਾਧੀ ਲੱਗ ਜਾਂਦੀ ਹੈ। ਸਾਡਾ ਧਿਆਨ ਹੀ ਇੱਦਾਂ ਦਾ ਹੋਣਾ ਚਾਹੀਦਾ ਸੀ। ਸਹਿਜ ਸਮਾਧ ਸਾਧ ਸੰਗਤ ਮੈਂ ਸੱਚਖੰਡ, ਸਾਡੀ ਇੱਥੇ ਸਮਾਧੀ ਲੱਗ ਗਈ ਤੇ ਸਾਡੇ ਲਈ ਇਹੋ ਸੱਚਖੰਡ ਹੈ। ਕਿਉਂ? ਸਤਿਗੁਰ ਪੂਰਨ ਬ੍ਰਹਮ ਕੋ ਨਿਵਾਸ ਹੈ। ਕਹਿੰਦੇ ਕਿਉਂਕਿ ਇੱਥੇ ਸਤਿਗੁਰੂ ਦਾ ਨਿਵਾਸ ਹੈ, ਸਤਿਗੁਰੂ ਵਸਦਾ ਹੈ। ਇਸ ਕਰਕੇ ਸਾਡੀ ਲਈ ਇਹੋ ਸਭ ਤੋਂ ਵੱਡਾ ਸਾਧ ਸੰਗਤ ਜਿਹੜਾ ਹੈ ਉਹ ਸੱਚਖੰਡ ਹੈ ਸਾਡੇ ਲਈ। ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧ ਸੰਗਤ ਬੜੇ ਕਮਾਲ ਦਾ ਦੇਸ਼ ਹੈ। ਇੱਥੇ ਕੀ ਹੁੰਦਾ ਹੈ, ਕਿਉਂਕਿ ਇਹ ਪ੍ਰਵਾਣਿਤ ਘਰ ਹੈ, ਇਹ ਰੱਬ ਦਾ ਘਰ ਹੈ। ਪ੍ਰੇਮ ਭਗਤ ਆਵੇਸ਼, ਪ੍ਰੇਮਾ ਭਗਤੀ ਦਾ ਆਵੇਸ਼ ਹੁੰਦਾ ਹੈ। ਆਵੇਸ਼ ਦਾ ਮਤਲਬ ਹੁੰਦਾ ਹੈ ਆਉਣਾ। ਇੱਥੇ ਸਾਨੂੰ ਪ੍ਰੇਮਾ ਭਗਤੀ ਦੀ ਦਾਤ ਮਿਲਦੀ ਹੈ। ਇਹ ਦੋ ਪੰਕਤੀਆਂ ਨੇ, ਅਸੀਂ ਇਕੱਠੀਆਂ ਵਿਚਾਰਾਂਗੇ। ਸਹਿਜ ਸੁਖਾਣਿਆ, ਬੰਦਾ ਸਹਿਜ ਦੇ ਵਿੱਚ ਸੁੱਖ ਪ੍ਰਾਪਤ ਕਰ ਲੈਂਦਾ ਹੈ। ਹੁਣ ਮੈਂ ਫਿਰ ਬੇਨਤੀ ਕਰਾਂ ਕਿ ਅਸੀਂ ਸੰਗਤ ਨੂੰ ਇਸ ਲੈਵਲ ਤੋਂ ਕਦੀ ਸਮਝਾਂਗੇ ਕਿ ਨਹੀਂ ਸਮਝਾਂਗੇ, ਮੈਂ ਇੱਕ ਵਿਆਖਿਆ ਆਪ ਜੀ ਦੇ ਅੱਗੇ ਰੱਖ ਦੇਣੀ ਹੈ। ਕਿਉਂਕਿ ਸਾਡੇ ਲਈ ਸੰਗਤ ਨਾ ਹੋ ਗਈ ਹੈ ਆਮ ਜਿਹਾ ਇੱਕ ਆਉਣ ਜਾਣ ਵਾਲਾ ਚੱਕਰ। ਮੈਂ ਆਪਣੀ ਗੱਲ ਵਿੱਚ ਰੱਖ ਕੇ ਕਰਦਾ ਹਾਂ, ਤੁਹਾਨੂੰ ਵੀ ਬਹੁਤੀ ਵਾਰ ਇੰਝ ਲੱਗਦਾ ਹੋਵੇਗਾ ਕਿ ਇੱਕ ਫਾਰਮੈਲਿਟੀ ਜੀ ਹੋ ਰਹੀ ਹੈ। ਇਹ ਨਹੀਂ ਕਿ ਚਲੋ ਤੁਸੀਂ ਤੇ ਰੋਜ਼ ਆਉਣ ਵਾਲੇ ਜੇ, ਕੁਝ ਸੁਣ ਲਿਆ ਕੁਝ ਸਮਝ ਲਿਆ ਵੀ ਨਹੀਂ ਭਾਈ ਅਸੀਂ ਫਾਰਮੈਲਿਟੀ ਲਈ ਨਹੀਂ ਆਏ। ਪਰ ਬਹੁਤਾਤ ਵੇਖੋ ਲੋਕ ਫਾਰਮੈਲਿਟੀ ਦੇ ਲਈ ਆਏ ਨੇ। ਕਈਆਂ ਦੀ ਤੇ ਮਤਲਬ ਇੱਦਾਂ ਦੀ ਹੈਰਾਨੀ ਵਾਲੀ ਗੱਲ ਹੈ ਵੀ ਗੁਰਦੁਆਰੇ ਵਿੱਚ ਸੁੱਖ ਆਸਣ ਹੋ ਚੁੱਕਾ ਹੈ, ਕੁਝ ਨਹੀਂ ਹੋ ਰਿਹਾ ਹੁਣ ਗੁਰਦੁਆਰੇ ਵਿੱਚ, ਕੋਈ ਗੱਲ ਨਹੀਂ ਸੁਣਾਈ ਜਾਣੀ। ਈਵਨ ਕਿ ਹੁਕਮਨਾਮੇ ਵਾਲੇ ਟੀਵੀ ਵੀ ਬੰਦ ਹੋ ਚੁੱਕੇ ਨੇ ਵੀ ਹੁਕਮ ਹੀ ਪੜ੍ਹ ਲੈਣ ਘੱਟੋ ਘੱਟ ਕੀ ਲਿਖਿਆ ਹੈ, ਕੁਝ ਨਹੀਂ ਹੋਣਾ ਹੁਣ। ਉਹ ਬਾਅਦ ਦੇ ਵਿੱਚ ਗੁਰਦੁਆਰੇ ਆਉਂਦੇ ਨੇ। ਕੀ ਕਰਨਗੇ ਇਸ ਵੇਲੇ ਆ ਕੇ? ਕਿ ਨਾ ਤੇ ਇਹ ਪਤਾ ਲੱਗਾ ਵੀ ਭਾਈ ਸੰਗਤ ਦੇ ਵਿੱਚ ਕੌਣ ਆ ਕੇ ਬੈਠਾ ਸੀ, ਕਿਹੜੀ ਗੱਲ ਹੋਈ, ਕਿ ਉਹ ਸੰਗਤ ਦੇ ਕਦੀ ਉਸ ਦੈਵੀ ਸੁਭਾਅ ਨੂੰ ਜਿਹੜਾ ਹੁਣ ਵਿਚਰਦਾ ਪਿਆ ਹੈ। ਮੈਂ ਨਹੀਂ ਕਹਿੰਦਾ, ਚਲੋ ਕਥਾ ਦੇ ਵਿੱਚ ਤੇ ਅਕਲ ਦੀਆਂ ਗੱਲਾਂ ਹੁੰਦੀਆਂ ਨੇ, ਜੋ ਮਾਹੌਲ ਕੀਰਤਨ ਦੇ ਵਿੱਚ ਬਣਦਾ ਹੈ, ਜੋ ਪਾਠ ਦੇ ਵਿੱਚ ਬਣਦਾ ਹੈ, ਜਦੋਂ ਕਿਸੇ ਨੇ ਉਹਨੂੰ ਮਾਣਿਆ ਹੀ ਨਹੀਂ, ਉਹਨੂੰ ਕੀ ਪਤਾ ਲੱਗੇਗਾ ਵੀ ਸੰਗਤ ਕੀ ਹੈ। ਅੱਗੋਂ ਪਿੱਛੋਂ ਆ ਕੇ ਤਾਂ ਭਾਵੇਂ ਸਾਰਾ ਦਿਨ ਬੰਦਾ ਬੈਠਾ ਰਹੇ, ਸੰਗਤ ਦੇ ਵਿੱਚ ਬੈਠ ਕੇ ਅਸਰ ਵਧੇਰੇ ਹੋਣਾ ਸੀ। ਭਾਈ ਗੁਰਦਾਸ ਸਾਹਿਬ ਕਹਿੰਦੇ ਇਸ ਕਰਕੇ ਸੰਗਤ ਦਾ ਦੇਸ਼ ਸੱਚਾ ਹੈ, ਇੱਥੇ ਪ੍ਰੇਮਾ ਭਗਤੀ ਸਾਡੇ ਵਿੱਚ ਵਸ ਜਾਂਦੀ ਹੈ। ਤੇ ਇੱਕ ਗੱਲ ਦਾ ਹਵਾਲਾ ਦੱਸਿਆ ਹੈ ਭਾਈ ਵੀਰ ਸਿੰਘ ਹੋਣਾ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਸਿੱਖ ਸੀ ਜਿਹਦਾ ਨਾਮ ਭਾਈ ਦੋਦਾ ਕਰਕੇ ਬੋਲਿਆ ਹੈ। ਔਰ ਇਹ ਜਦੋਂ ਮਹਾਰਾਜ ਜੀ ਨੇ ਕਰਤਾਰਪੁਰ ਵਸਾ ਲਿਆ ਸੀ ਰਾਵੀ ਦੇ ਕੰਢੇ ਦੇ ਉੱਤੇ, ਤੇ ਉਸ ਵੇਲੇ ਮਹਾਰਾਜ ਜੀ ਦਾ ਇਹ ਸਿੱਖ ਬਣਦਾ ਹੈ। ਔਰ ਸਿੱਖ ਬਣਨ ਦੀ ਕਹਾਣੀ ਵੀ ਇਹਦੀ ਇੱਦਾਂ ਦੀ ਹੈ ਕਿ ਇਹਦੀ ਘਰ ਵਾਲੀ ਜਿਹੜੀ ਸੀ ਉਹ ਇਹਦੇ ਤੋਂ ਪਹਿਲਾਂ ਸਿੱਖ ਬਣੀ ਸੀ ਮਹਾਰਾਜ ਜੀ ਦੀ। ਔਰ ਭਾਈ ਵੀਰ ਸਿੰਘ ਨੇ ਇਹਨੂੰ ਇੱਦਾਂ ਬੋਲਿਆ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਰਾਵੀ ਦੇ ਇੱਕ ਪਾਸੇ ਦੇ ਉੱਤੇ ਬੈਠ ਕੇ ਤੇ ਕੀਰਤਨ ਕਰਦੇ ਪਏ ਸੀ। ਇੱਕ ਕੀਰਤਨ ਦਾ ਪਾਸਾ ਇੱਥੋਂ ਸਮਝ ਲੈਣਾ ਕਿ ਭਾਈ ਵੀਰ ਸਿੰਘ ਉਸ ਕੀਰਤਨ ਨੂੰ ਕਿਸ ਲੈਵਲ 'ਤੇ ਸਮਝਦੇ ਨੇ। ਉਹਨਾਂ ਨੇ, ਕਿਉਂਕਿ ਉਹਨਾਂ ਨੇ ਇਤਿਹਾਸ ਵਾਲਾ ਪਾਸਾ ਨਹੀਂ ਰੱਖਿਆ ਜ਼ਿਆਦਾ, ਉਹਨਾਂ ਨੇ ਭਾਵਨਾ ਵਾਲਾ ਪਾਸਾ ਜ਼ਿਆਦਾ ਰੱਖਿਆ ਸਾਡੇ ਸਾਹਮਣੇ ਵੀ ਜੇ ਮਹਾਰਾਜ ਕੀਰਤਨ ਕਰਦੇ ਹੋਣਗੇ ਤੇ ਕਿੱਦਾਂ ਦਾ ਕੀਰਤਨ ਕਰਦੇ ਹੋਣਗੇ। ਉਹ ਕਹਿੰਦੇ ਨੇ ਕਿ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਇੱਕ ਪਾਸੇ ਕੀਰਤਨ ਕਰਦੇ ਪਏ ਨੇ ਤੇ ਉਹਦੇ ਹੀ ਰਾਵੀ ਦਰਿਆ ਤੋਂ ਥੋੜ੍ਹਾ ਜਿਹਾ ਹਟਵਾਂ ਜਿੱਥੋਂ ਤੱਕ ਉਸ ਕੀਰਤਨ ਦੀ ਆਵਾਜ਼ ਜਾ ਸਕਦੀ ਹੈ, ਬਾਬਾ ਮਰਦਾਨਾ ਜੀ ਰਬਾਬ ਵਜਾਉਂਦੇ ਸੀ, ਤੇ ਜਿੱਥੋਂ ਤੱਕ ਕੀਰਤਨ ਦੀ ਆਵਾਜ਼ ਜਾਂਦੀ ਹੈ ਨਾ, ਤੇ ਕਹਿੰਦੇ ਉੱਥੇ ਇੱਕ ਬੀਬੀ ਜਿਹੜੀ ਹੈ ਉਹ ਉਹਨਾਂ ਦਾ ਕੀਰਤਨ ਸੁਣਦੀ ਪਈ ਹੈ।
ਤੇ ਹੁਣ ਜੇਕਰ ਤੁਸੀਂ ਦਰਿਆਵਾਂ ਦੇ ਕੰਢੇ ਵੇਖੇ ਹੋਣਗੇ ਨਾ, ਤੇ ਬੜੀ ਸ਼ਾਂਤੀ ਹੁੰਦੀ ਹੈ, ਬਿਲਕੁਲ ਚੁੱਪ ਹੁੰਦਾ ਹੈ ਉੱਥੇ, ਕੋਈ ਬਹੁਤਾ ਸ਼ੋਰ ਨਹੀਂ ਹੁੰਦਾ। ਤੇ ਅਕਸਰ ਜਿਹੜੇ ਵਹਿਮੀ ਲੋਕ ਹੁੰਦੇ ਨੇ ਉਹ ਪਾਣੀਆਂ ਦੇ ਲਾਗੇ ਜਾ ਕੇ ਡਰਦੇ ਨੇ, ਤੇ ਬਹੁਤਿਆਂ ਲੋਕਾਂ ਦੇ ਜਾਦੂ ਟੂਣੇ ਵੀ ਪਾਣੀਆਂ ਲਾਗੇ ਹੀ ਹੁੰਦੇ ਨੇ, ਚੱਲਦੇ ਪਾਣੀ ਦੇ ਵਿੱਚ ਕੁਝ ਨਾ ਕੁਝ ਕਰ ਦੇਣਾ। ਤੁਸੀਂ ਵੇਖੋਗੇ, ਸਵੇਰੇ ਸਵੇਰ ਜਾ ਕੇ ਵੇਖ ਲੈਣਾ, ਜਿੱਥੇ ਨਦੀ ਚੱਲਦੀ ਹੋਵੇਗੀ ਤੇ ਪੁਲ ਲਾਗੇ ਕਿੰਨਾ ਕੁਝ ਤੁਹਾਨੂੰ ਡਿੱਗਿਆ ਮਿਲ ਜਾਵੇਗਾ। ਕਿਉਂਕਿ ਮਨ ਦੇ ਵਿੱਚ ਇੱਕ ਖਿਆਲ ਹੈ ਵੀ ਚੱਲਦਾ ਪਾਣੀ ਜਿਹੜਾ ਹੈ ਨਾ, ਉਹਦੇ ਵਿੱਚ ਕੁਝ ਚੀਜ਼ਾਂ, ਜੋ ਵੀ ਮਨ ਦੇ ਖਿਆਲ ਨੇ ਉਹ ਪ੍ਰਚਲਿਤ ਹੋ ਜਾਂਦੇ ਨੇ। ਉਹ ਬੀਬੀ ਉੱਥੇ ਬੈਠੀ ਕੀਰਤਨ ਸੁਣਦੀ ਪਈ ਹੈ, ਤੇ ਕੀਰਤਨ ਸੁਣਦਿਆਂ ਨਾ ਉਹਦਾ ਧਿਆਨ ਲੱਗ ਗਿਆ ਵੀ ਮੈਂ ਵੇਖਾਂ ਵੀ ਸ਼ਬਦ ਕੀ ਪੜ੍ਹਿਆ ਜਾ ਰਿਹਾ, ਵੀ ਗੱਲ ਕੀ ਕੀਤੀ ਜਾ ਰਹੀ। ਵੈਸੇ ਤੇ ਕੀਰਤਨ ਦੀ ਧੁਨੀ ਐਡੇ ਕਮਾਲ ਦੀ ਸੀ ਵੀ ਬੀਬੀ ਦਾ ਧਿਆਨ ਉੱਧਰ ਲੱਗ ਗਿਆ। ਜਦੋਂ ਕੀਰਤਨ ਸਮਾਪਤ ਹੋਇਆ, ਥੋੜ੍ਹਾ ਜਿਹਾ ਹੋਸ਼ ਆਈ ਵੀ ਮੈਂ ਇੱਥੇ ਬੈਠੀ ਹਾਂ, ਤੇ ਉਹਨੂੰ ਆਉਂਦੀ ਨੂੰ ਲਗਭਗ ਅਗਲੇ ਦਿਨ ਫੇਰ ਇਹੋ ਰੂਟੀਨ, ਦੂਜੇ ਦਿਨ ਫੇਰ ਉਹੀ, ਤੀਜੇ ਦਿਨ ਫੇਰ ਉਹ, 3 ਦਿਨ ਲਗਾਤਾਰ ਹੋ ਗਏ। ਜਦੋਂ ਤੀਜੇ ਦਿਨ ਉਹਦੇ ਮਨ ਦੇ ਵਿੱਚ, ਜਦੋਂ ਉਹਨੇ ਕੀਰਤਨ ਦੀ ਆਵਾਜ਼ ਸੁਣੀ ਨਾ, ਤੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਹੈ ਵੀ ਗਾ ਤੇ ਮੈਂ ਵੀ ਲੈਂਦੀ ਹਾਂ, ਕਿਉਂਕਿ ਆਮ ਤੁਸੀਂ ਵੇਖੋ ਵਿਆਹਾਂ ਦੇ ਉੱਤੇ, ਹੋਰਨਾਂ ਮੌਕਿਆਂ ਦੇ ਉੱਤੇ ਇਕੱਠੀਆਂ ਬੀਬੀਆਂ ਗਾ ਲੈਂਦੀਆਂ ਨੇ। ਕਹਿੰਦੀ ਵੀ ਗਾ ਤੇ ਮੈਂ ਵੀ ਲੈਂਦੀ ਹਾਂ। ਜਿਹੜੇ ਡੂਮ ਗਾਉਂਦੇ ਨੇ, ਮਿਰਾਸੀ ਗਾਉਂਦੇ ਨੇ, ਮੈਂ ਉਹਨਾਂ ਨੂੰ ਵੀ ਗਾਉਂਦਿਆਂ ਨੂੰ ਬਹੁਤ ਵਾਰ ਸੁਣਿਆ ਹੈ। ਕਿੰਨੇ ਸਰੰਗੀਆਂ ਵਜਾਉਣ ਵਾਲੇ ਨੇ, ਮੈਂ ਇਹਨਾਂ ਨੂੰ ਵੀ ਸੁਣਿਆ ਹੈ। ਪਰ ਆਹ ਜਿਹੜਾ ਗਾਇਆ ਜਾ ਰਿਹਾ ਹੈ ਨਾ, ਇਹ ਉੱਦਾਂ ਦਾ ਨਹੀਂ ਗਾਇਆ ਜਾ ਰਿਹਾ। ਇਸ ਗਾਉਣ ਦੇ ਵਿੱਚ ਕੁਝ ਫਰਕ ਹੈ। ਮੈਂ ਬੜਿਆਂ ਨੂੰ ਗਾਉਣ ਵਾਲਿਆਂ ਨੂੰ ਸੁਣਿਆ, ਪਰ ਇਹਨਾਂ ਦਾ ਗਾਉਣ ਕੁਝ ਹੋਰ ਹੈ, ਤੇ ਮੈਨੂੰ ਜਾ ਕੇ ਵੇਖਣਾ ਚਾਹੀਦਾ ਹੈ ਵੀ ਉਹ ਗਾ ਕੌਣ ਰਿਹਾ ਹੈ। ਤੇ ਫਿਰ ਮਨ ਦੇ ਵਿੱਚ ਸੋਚਦੀ ਹੈ ਵੀ ਐਡੀ ਚੰਗੀ ਆਵਾਜ਼ ਮੈਂ ਕਦੀ ਸੁਣੀ ਨਹੀਂ ਕਿਸੇ ਗਾਉਣ ਵਾਲੇ ਦੀ, ਕਿਤੇ ਪਾਣੀ ਦੇ ਵਿੱਚੋਂ ਚੀਜ਼ਾਂ ਹੀ ਨਾ ਨਿਕਲੀਆਂ ਹੋਣ। ਇੱਕ ਵਹਿਮ ਜਿਹਾ ਹੈ, ਇਹ ਭਾਈ ਵੀਰ ਸਿੰਘ ਨੇ ਬੋਲਿਆ। ਵੀ ਮਨ 'ਚ ਡਰ ਵੀ ਹੈ ਵੀ ਪਤਾ ਨਹੀਂ ਜਿਹੜੇ ਅੱਗੇ ਬੈਠ ਕੇ ਕੀਰਤਨ ਕਰਦੇ ਪਏ ਹੋਣ, ਕਿਤੇ ਲੁੱਟਣ ਵਾਲੇ ਨਾ ਬੈਠੇ ਹੋਣ ਕਿ ਬੰਦੇ ਦਾ ਧਿਆਨ ਆਪਣੇ ਵੱਲ ਖਿੱਚ ਲੈਣ, ਤੇ ਮੈਂ ਉੱਥੇ ਜਾ ਕੇ ਤੇ ਗੱਲ ਕੀ ਕਰਾਂਗੀ। ਫਿਰ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਵੀ ਜਿੱਡੇ ਕਮਾਲ ਦਾ ਟੇਸਟ ਆਉਂਦਾ ਹੈ, ਆਨੰਦ ਆਉਂਦਾ ਹੈ, ਇੱਕ ਵਾਰ ਜਾ ਕੇ ਵੇਖਣਾ ਤੇ ਚਾਹੀਦਾ ਹੈ ਵੀ ਉੱਥੇ ਹੋ ਕੀ ਰਿਹਾ ਹੈ। ਉਹ ਕਹਿੰਦੇ ਵੀ, ਭਾਈ ਵੀਰ ਸਿੰਘ ਕਹਿੰਦੇ ਨੇ ਵੀ ਬੀਬੀ ਜਿਹੜੀ ਸੀ ਨਾ, ਉਹ ਬਹੁਤੀ ਪੜ੍ਹੀ ਲਿਖੀ ਨਹੀਂ ਸੀ, ਤੇ ਸ਼ੁਕਰ ਹੈ ਵੀ ਬੀਬੀ ਪੜ੍ਹੀ ਲਿਖੀ ਨਹੀਂ ਸੀ। ਸਾਡੇ ਵਰਗੇ ਪੜ੍ਹ ਲਿਖ ਜਾਂਦੇ ਨੇ ਨਾ, ਇਸ ਕਰਕੇ 50 ਗੱਲਾਂ ਨਾਲ ਇਕੱਠੀਆਂ ਕਰ ਲੈਂਦੇ। ਸਾਡੀ ਅਕਲ ਹੀ ਨਹੀਂ ਸਾਨੂੰ ਜਿਹੜੀ ਉਹ ਮੰਨਣ ਦਿੰਦੀ ਗੱਲਾਂ ਨੂੰ। ਉਹ ਬੀਬੀ ਪੜ੍ਹੀ ਲਿਖੀ ਨਹੀਂ ਸੀ, ਤੇ ਕਹਿੰਦੇ ਇੱਕ ਗੱਲੋਂ ਬੜਾ ਸ਼ੁਕਰ ਸੀ ਵੀ ਬੀਬੀ ਨੇ ਪੰਡਤਾਂ ਦੀ ਸੰਗਤ ਵੀ ਨਹੀਂ ਸੀ ਕੀਤੀ। ਮਤਲਬ ਸਾਡੇ ਵਰਗੇ ਗਿਆਨੀਆਂ ਤੋਂ ਵੀ ਬਚਾ ਕੇ ਰੱਖਿਆ ਸੀ ਆਪਣੇ ਆਪ ਨੂੰ। ਜਿਹਦਾ ਕਿਤੇੋਂ ਨਹੀਂ ਨਾ ਨੁਕਸਾਨ ਹੁੰਦਾ, ਉਹਦਾ ਫੋਕੇ ਗਿਆਨੀ ਨੁਕਸਾਨ ਕਰਕੇ ਰੱਖ ਦਿੰਦੇ ਨੇ। ਇਹ ਵੀ ਬੜੇ ਦੁੱਖ ਵਾਲੀ ਗੱਲ ਹੈ। ਇਸ ਕਰਕੇ ਅਕਲਾਂ ਝਾੜੀਆਂ ਜਾਂਦੀਆਂ ਨੇ ਪਹਿਲਾਂ। ਚਲੋ ਉਹ ਕਿਤੇ ਵਿਸ਼ਾ ਆਵੇਗਾ ਵੀ ਅਕਲਾਂ ਝਾੜੀਆਂ ਕਿੱਦਾਂ ਜਾਂਦੀਆਂ ਨੇ। ਭਾਈ ਵੀਰ ਸਿੰਘ ਕਹਿੰਦੇ ਵੀ ਬੀਬੀ ਬਹੁਤੀ ਪੜ੍ਹੀ ਲਿਖੀ ਨਹੀਂ ਸੀ, ਤੇ ਬਸ ਉਹਦਾ ਦਿਲ ਦਾ ਇੱਕ ਵੇਗ ਉਹਨੂੰ ਉੱਥੇ ਲੈ ਗਿਆ ਵੀ ਜਿਹੜੇ 2 ਬੰਦੇ ਕੀਰਤਨ ਕਰਦੇ ਪਏ ਨਾ, ਜਾਂ ਜੋ ਕੀਰਤਨ ਦੀ ਆਵਾਜ਼ ਆ ਰਹੀ ਹੈ ਨਾ, ਮੈਂ ਉੱਥੇ ਜਾ ਕੇ ਤੇ ਕੀਰਤਨ ਸੁਣਾ ਉਹਨਾਂ ਦਾ। ਉੱਥੇ ਪਹੁੰਚ ਗਈ ਬੀਬੀ, ਤੇ ਕੁਝ ਹਟਵੀਂ ਥਾਂ ਦੇ ਉੱਤੇ ਉਹਨਾਂ ਦੇ ਨਾਲੋਂ ਜਦੋਂ ਬੈਠੀ ਨਾ, ਤੇ ਜਿਹੜਾ ਰਬਾਬ ਵਜਾ ਰਿਹਾ ਸੀ ਉਹ ਭਾਈ ਮਰਦਾਨਾ ਜੀ ਸੀ, ਤੇ ਉਹਦੇ ਨਾਲ ਨਾ ਉਹਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਬੜੇ ਕਮਾਲ ਦਾ ਵਿਸ਼ਾ ਰੱਖਿਆ ਹੈ, ਲੰਮਾ ਹੈ, ਪਰ ਮੈਂ ਛੋਟਾ ਕਰਕੇ ਆਪ ਜੀ ਦੇ ਅੱਗੇ ਰੱਖ ਦੇਵਾਂਗਾ। ਉਹ ਬੀਬੀ ਗੱਲ ਇੱਥੋਂ ਸ਼ੁਰੂ ਕਰਦੀ ਹੈ ਵੀ ਭਾਈ ਮੈਂ ਤੁਹਾਡਾ ਕੀਰਤਨ ਸੁਣਿਆ ਹੈ, ਜਾਂ ਬਾਬਾ ਮੈਂ ਤੁਹਾਡਾ ਕੀਰਤਨ ਸੁਣਿਆ ਹੈ ਵੀ ਤੁਸੀਂ ਇਸੇ ਹੀ ਦੇਸ਼ ਦੇ ਜੇ। ਕੀਰਤਨ ਤੇ ਮੈਂ ਕਹਿ ਰਿਹਾ ਹਾਂ, ਉਹਨੇ ਤੇ ਗਾਉਣਾ ਹੀ ਬੋਲਿਆ ਸੀ ਵੀ ਇਸੇ ਹੀ ਦੇਸ਼ ਦੇ ਬੰਦੇ ਜੇ ਤੁਸੀਂ, ਵੀ ਸਾਡੇ ਵਰਗੇ ਹੀ ਜੇ। ਤੂੰ ਭਾਈ ਮਰਦਾਨੇ ਜੀ ਕਹਿੰਦੇ ਵੀ ਹਾਂ ਬੀਬੀ ਬਿਲਕੁਲ, ਜਿੱਦਾਂ ਦੇ ਤੂੰ ਹੈ ਉੱਦਾਂ ਦੀ ਅਸੀਂ, ਹੱਡ ਚੰਮ ਦੇ ਪੁਤਲੇ ਹਾਂ, ਤੇਰੇ ਵਰਗੇ ਹੀ ਤੇ ਹਾਂ। ਤੂੰ ਕਹਿੰਦੀ ਹੈ ਵੀ ਜੇ ਤੁਸੀਂ ਸਾਡੇ ਵਰਗੇ ਹੋਵੋ ਤੇ 3 ਦਿਨ ਹੋ ਗਏ ਨੇ, ਤੁਸੀਂ ਕੁਝ ਖਾਧਾ ਪੀਤਾ ਕਿਉਂ ਨਹੀਂ? ਕਿਹਦੇ ਆਸਰੇ ਜ਼ਿੰਦਗੀ ਕੱਢ ਲੈਂਦੇ ਹੋ? ਤੱਗੋਂ ਭਾਈ ਮਰਦਾਨਾ ਜੀ ਜਵਾਬ ਦਿੰਦੇ ਨੇ ਵੀ ਬੀਬੀ ਮੈਂ ਤੇ, ਕਾਕੀ ਸ਼ਬਦ ਵਰਤਿਆ ਹੈ ਵੈਸੇ ਭਾਈ ਵੀਰ ਸਿੰਘ ਹੋਣਾ ਨੇ, ਵੀ ਮੈਂ ਤੇ ਦਰਸ਼ਨ ਦੇ ਆਸਰੇ ਜ਼ਿੰਦਗੀ ਕੱਢ ਲੈਂਦਾ। ਮੈਂ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਕੇ ਰੱਜਿਆ ਰਹਿੰਦਾ, ਤੇ ਜਿਹੜਾ ਮੇਰਾ ਮਾਲਕ ਹੈ ਉਹਨੂੰ ਤੇ ਨਾਮ ਦਾ ਆਸਰਾ ਹੈ, ਉਹ ਨਾਮ ਦੇ ਆਸਰੇ ਤ੍ਰਿਪਤ ਰਹਿੰਦਾ ਹੈ, ਉਹਨੂੰ ਭੁੱਖ ਨਹੀਂ ਵਿਆਪਦੀ। ਤੇ ਫਿਰ ਕਹਿੰਦੀ ਹੈ ਤੇ ਉਹੀ ਗੱਲ ਹੋ ਗਈ ਨਾ, ਜਦੋਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਪੁੱਛਿਆ ਹੈ ਵੀ ਇਸੇ ਹੀ ਦੇਸ਼ ਦੇ ਜੇ, ਤੇ ਤੁਸੀਂ ਕਿਹਾ ਨਹੀਂ ਤੁਹਾਡੇ ਵਰਗੇ ਹੀ ਆ। ਜੇ ਸਾਡੇ ਵਰਗੇ ਹੁੰਦੇ ਤਾਂ ਤੁਹਾਨੂੰ ਭੁੱਖ ਨਾ ਲੱਗਦੀ। ਤੁਸੀਂ ਕਹਿੰਦੇ ਸਾਨੂੰ ਭੁੱਖ ਨਹੀਂ ਲੱਗਦੀ, ਤੁਸੀਂ ਤੇ ਸ਼ਬਦ ਦੇ ਆਸਰੇ ਦੇ ਉੱਤੇ ਰਹਿਣ ਵਾਲੇ ਬੰਦੇ ਜੇ। ਤੇ ਭਾਈ ਮਰਦਾਨਾ ਜੀ ਕਹਿੰਦੇ ਠੀਕ ਹੈ, ਅਸੀਂ ਸ਼ਬਦ ਦੇ ਆਸਰੇ ਰਹਿੰਦੇ ਹਾਂ, ਪਰ ਭੁੱਖ ਸਾਨੂੰ ਵੀ ਲੱਗਦੀ ਹੈ। ਪਰ ਸਾਡਾ ਇੱਦਾਂ ਦਾ ਹਾਲ ਨਹੀਂ ਹੈ ਵੀ ਸਾਨੂੰ ਜੇ ਅੱਜ ਰੋਟੀ ਨਹੀਂ ਮਿਲੀ ਤੇ ਬਸ ਜੀ ਜ਼ਿੰਦਗੀ ਖਤਮ ਹੋ ਗਈ। ਮਿਲ ਗਈ ਤਾਂ ਵੀ ਠੀਕ ਹੈ, ਨਹੀਂ ਮਿਲ ਗਈ ਤਾਂ ਵੀ ਠੀਕ ਹੈ। ਸੰਤੁਸ਼ਟੀ ਹੈ, ਸ਼ਬਦ ਦਾ ਇੱਕ ਰਸ ਹੈ, ਸ਼ਬਦ ਦਾ ਇੱਕ ਟੇਸਟ ਹੈ। ਤੋ ਬੀਬੀ ਅੱਗੋਂ ਕਹਿੰਦੀ ਹੈ ਵੀ ਧੰਨ ਜੇ ਤੁਸੀਂ, ਮੈਂ 1 ਦਿਨ ਰੋਟੀ ਨਾ ਖਾਵਾਂ ਤੇ ਮੇਰੇ ਕੋਲ ਤਾਂ ਘਰ ਦੇ ਕੰਮ ਛੁੱਟ ਜਾਂਦੇ ਨੇ।
ਮੈਂ ਇੱਕ ਦਿਨ ਰੋਟੀ ਨਾ ਖਾਵਾਂ ਤੇ ਮੈਨੂੰ ਤੇ ਨੀਂਦ ਨਹੀਂ ਆਉਂਦੀ ਚੰਗੀ ਤਰ੍ਹਾਂ। ਇਹ ਸਾਡੇ ਸਾਰਿਆਂ ਦੇ ਨਾਲ ਹੀ ਹੁੰਦਾ ਹੋਵੇਗਾ ਨਾ ਵੀ ਇੱਕ ਦਿਨ ਰੋਟੀ ਨਹੀਂ ਮਿਲੀ ਤਾਂ ਸੋਚ ਹੀ ਬਦਲ ਗਈ ਸਾਡੀ ਵੀ ਕੀ ਬਣੇਗਾ ਜ਼ਿੰਦਗੀ ਦੇ ਵਿੱਚ। ਭਾਈ ਮਰਦਾਨਾ ਜੀ ਕਹਿੰਦੇ ਮਿਲ ਜਾਵੇ ਪ੍ਰਸ਼ਾਦਾ ਤਾਂ ਵੀ ਕੋਈ ਨਹੀਂ, ਜੇ ਨਹੀਂ ਮਿਲਿਆ ਤੇ ਤਾਂ ਵੀ ਕੋਈ ਨਹੀਂ, ਹਾਲਤ ਇੱਕੋ ਜੀ ਰਹਿੰਦੀ ਹੈ, ਕਿਉਂਕਿ ਸ਼ਬਦ ਦਾ ਇੱਕ ਟੇਸਟ ਹੈ, ਸ਼ਬਦ ਦਾ ਆਪਣਾ ਸਵਾਦ ਹੈ। ਤਾਂ ਫਿਰ ਅੱਗੋਂ ਸਵਾਲ ਕਰਦੀ ਹੈ ਵੀ ਜੇ ਤੁਹਾਨੂੰ ਕੋਈ ਚੀਜ਼ ਲਿਆ ਕੇ ਦੇਵੇ ਤੇ ਫਿਰ ਛਕ ਲੈਂਦੇ ਜੇ? ਤੇ ਭਾਈ ਮਰਦਾਨਾ ਕਹਿੰਦੇ ਵੀ ਜ਼ਰੂਰ ਛਕ ਲੈਂਦੇ ਹਾਂ, ਇਹੋ ਜਿਹੀ ਤਾਂ ਕੋਈ ਜਿੱਦ ਹੈ ਹੀ ਨਹੀਂ ਵੀ ਅਸੀਂ ਕੁਝ ਛਕਣਾ ਨਹੀਂ ਹੈ, ਅਸੀਂ ਛਕ ਵੀ ਲੈਂਦੇ ਹਾਂ। ਕਹਿੰਦੇ ਵੀ ਮੇਰਾ ਜਿਹੜਾ ਮਾਲਕ ਹੈ ਉਹਨੂੰ ਤੇ ਸ਼ਬਦ ਦਾ ਆਸਰਾ ਹੈ, ਉਹ ਤੇ ਬੜਾ ਬੇਪਰਵਾਹ ਹੈ, ਉਹਨੂੰ ਭੁੱਖ ਵੀ ਨਹੀਂ ਸਤਾਉਂਦੀ। ਤੇ ਪਰ ਮੇਰਾ ਕਦੀ ਕਦੀ ਇੱਦਾਂ ਹਾਲ ਹੋ ਜਾਂਦਾ ਵੀ ਮੈਨੂੰ ਬਾਹਰ ਦੀ ਭੁੱਖ ਤੰਗ ਕਰਦੀ ਹੈ, ਇਸ ਕਰਕੇ ਹੁਣ ਜਿਹੜੀ ਹੈ ਨਾ ਉਹ ਮੈਨੂੰ ਭੁੱਖ ਲੱਗੀ ਵੀ ਹੋਈ ਹੈ। ਸੁਭਾਵਿਕ ਜੀ ਗੱਲ ਸੀ, ਦੁਨਿਆਵੀ ਬਾਬਾ ਜਦੋਂ ਇੱਦਾਂ ਬੋਲਦਾ ਸੀ ਸਾਰਿਆਂ ਦੇ ਨਾਲ ਇੱਦਾਂ ਹੀ ਗੱਲਾਂ ਕਰਦਾ ਸੀ। ਭਾਈ ਮਰਦਾਨਾ ਸਮਝ ਲਓ ਵੀ ਇੱਕ ਸੁਰਤ ਦਾ ਰੂਪ ਉੱਥੇ ਵਿਚਰਦਾ ਪਿਆ ਜੀ, ਮੈਨੂੰ ਕਹਿੰਦੇ ਭੁੱਖ ਲੱਗੀ ਹੈ। ਤੇ ਬੀਬੀ ਕਹਿੰਦੀ ਹੈ ਵੀ ਜੇ ਮੈਂ ਤੁਹਾਡੇ ਲਈ ਦੁੱਧ ਲੈ ਕੇ ਆਵਾਂ, ਕਿਉਂਕਿ 3 ਦਿਨ ਹੋ ਗਏ ਨੇ ਮੈਂ ਤੁਹਾਡਾ ਕੀਰਤਨ ਸੁਣਿਆ ਹੈ, ਮੈਂ ਤੁਹਾਡੇ ਲਈ ਕੋਈ ਚੀਜ਼ ਲੈ ਕੇ ਆਵਾਂ ਤਾਂ ਤੁਸੀਂ ਉਹਨੂੰ ਪ੍ਰਵਾਨ ਕਰ ਲਵੋਗੇ? ਤਾਂ ਕਹਿੰਦੇ ਵੀ ਠੀਕ ਹੈ ਪ੍ਰਵਾਨ ਕਰ ਲਵਾਂਗੇ। ਅਜੇ ਮਹਾਰਾਜ ਜੀ ਦੇ ਨਾਲ ਗੱਲ ਨਹੀਂ ਸੀ ਹੋਈ ਉਹਦੀ, ਤੇ ਉਹ ਬੀਬੀ ਘਰ ਦੇ ਵਿੱਚ ਜਾਂਦੀ ਹੈ ਤੇ ਭਾਈ ਵੀਰ ਸਿੰਘ ਕਹਿੰਦੇ ਵੀ ਆਪਣਾ ਜਿਹੜਾ ਨਾ ਘਰ ਦੇ ਵਿੱਚੋਂ ਉਹ ਦੁੱਧ ਜਿਹੜਾ ਜਮ੍ਹਾਂ ਹੋਇਆ ਹੁੰਦਾ ਸੀ, ਘਰ ਦੇ ਵਿੱਚ ਪਸ਼ੂ ਰੱਖੇ ਸੀ, ਵਿਆਹ ਨੂੰ ਕੁਝ ਸਾਲ ਹੋ ਗਏ ਸੀ ਪਰ ਅਜੇ ਔਲਾਦ ਨਹੀਂ ਸੀ ਹੋਈ ਉਹਦੇ। ਤੇ ਉਹ ਆ ਕੇ ਤੇ ਦੁੱਧ ਲੈ ਕੇ ਜਦੋਂ ਆਉਂਦੀ ਹੈ ਤੇ ਆਉਂਦਿਆਂ ਨੂੰ ਫੇਰ ਕੀਰਤਨ ਹੋ ਰਿਹਾ ਹੁੰਦਾ। ਪਹਿਲਾਂ ਤਾਂ ਦੂਰੋਂ ਸੁਣਦੀ ਸੀ, ਹੁਣ ਨੇੜੇ ਹੋ ਕੇ ਜਦੋਂ ਕੀਰਤਨ ਸੁਣਦੀ ਹੈ ਨਾ ਤੇ ਕੋਈ ਨਹੀਂ ਉਹਨੂੰ ਪਤਾ ਲੱਗਾ ਵੀ ਕਿਹੜੇ ਵੇਲੇ ਉਹ ਕੀਰਤਨ ਦੇ ਦਾਇਰੇ ਦੇ ਵਿੱਚ ਪਹੁੰਚ ਗਈ ਜਿੱਥੇ ਉਹਨੂੰ ਆਵਾਜ਼ ਆ ਰਹੀ ਹੈ, ਕਿਹੜੇ ਵੇਲੇ ਉਹਨੇ ਮੱਥਾ ਟੇਕ ਦਿੱਤਾ ਹੈ ਤੇ ਕਿਹੜੇ ਵੇਲੇ ਉਹਨੇ ਦੁੱਧ ਅੱਗੇ ਰੱਖ ਦਿੱਤਾ ਹੈ। ਤੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਤੇ ਕੀਰਤਨ ਸੁਣਨ ਲੱਗ ਪਈ ਹੈ। ਇਸ ਮਾਹੌਲ ਨੂੰ ਸਿਰਫ ਸੋਚਿਓ ਵੀ ਕਦੀ ਅਸੀਂ ਇੱਦਾਂ ਦੇ ਕੀਰਤਨ ਦੇ ਵਿੱਚ ਜੀਂਦੇ ਹਾਂ ਜਦੋਂ ਗੁਰਦੁਆਰੇ ਕੀਰਤਨ ਹੋ ਰਿਹਾ ਹੋਵੇ। ਰੋਜ਼ ਨਹੀਂ ਹੁੰਦਾ ਇੱਦਾਂ ਦਾ ਸਾਡੇ ਲਈ ਮੂਵਮੈਂਟ ਹੁੰਦੀ ਹੈ, ਕਦੀ ਕਦੀ ਹੁੰਦਾ, ਪਰ ਜਿੱਦਣ ਉਹ ਹੁੰਦਾ ਹੈ ਬਸ ਸਾਰੀਆਂ ਚੀਜ਼ਾਂ ਤੋਂ ਹਟਵਾ ਹੁੰਦਾ। ਚੁੱਪ ਕਰਕੇ ਅੱਖਾਂ ਮੀਟ ਕੇ ਬੈਠ ਗਈ, ਕੀਰਤਨ ਦੀ ਸਮਾਪਤੀ ਹੁੰਦੀ ਹੈ। ਤੇ ਕਹਿੰਦੇ ਵੀ ਮਹਾਰਾਜ ਜੀ ਨੇ ਪੁੱਛਿਆ ਵੀ ਬੇਟਾ ਕੀ ਲੈ ਕੇ ਆਏ ਹੋ ਜਾਂ ਕਿੱਧਰ ਆਏ ਹੋ? ਇਹ ਸ਼ਬਦ ਨੇ ਸਿਰਫ ਲਿਖੇ ਗਏ ਨੇ, ਸਮਝਣ ਦੀ ਗੱਲ ਹੁੰਦੀ ਹੈ ਵੀ ਜ਼ਰੂਰੀ ਨਹੀਂ ਵੀ ਇਹੋ ਹੀ ਸ਼ਬਦ ਬੋਲੇ ਗਏ ਹੋਣਗੇ, ਸਿਰਫ ਇੱਕ ਭਾਵ ਸਮਝਣਾ ਹੁੰਦਾ ਹੈ ਉਹਦੇ ਵਿੱਚ ਵੀ ਬੇਟੇ ਕੀ ਲੈ ਕੇ ਆਈ ਹੈ। ਤੇ ਅਜੇ ਸਿਰਫ ਕਹਿੰਦੇ ਵੀ ਉਹਨੇ ਬੇਟੀ ਸ਼ਬਦ ਹੀ ਸੁਣਿਆ ਸੀ ਮਹਾਰਾਜ ਜੀ ਦੇ ਮੂੰਹੋਂ, ਜਾਂ ਧੀ ਸ਼ਬਦ ਜਾਂ ਜਿਹੜਾ ਪੁੱਤਰੀ ਸ਼ਬਦ ਹੈ ਉਹ ਸ਼ਬਦ ਹੀ ਸੁਣਿਆ ਸੀ ਮਹਾਰਾਜ ਦੇ ਮੂੰਹ ਦੇ ਵਿੱਚੋਂ। ਉਹ ਸ਼ਬਦ ਨੇ ਕਹਿੰਦੇ ਵੀ ਉਹਨੂੰ ਇੰਨਾ ਭਰ ਦਿੱਤਾ ਸੀ ਵੀ ਉਹਦੇ ਮੂੰਹ ਦੇ ਵਿੱਚੋਂ ਇੱਕ ਵਾਰ ਤੇ ਆਵਾਜ਼ ਹੀ ਨਹੀਂ ਨਿਕਲੀ। ਬੰਦੇ ਦੀ ਮਾਲਕਾਂ ਦੇ ਸਾਹਮਣੇ ਆਵਾਜ਼ ਨਹੀਂ ਨਿਕਲਦੀ ਤੇ ਜਿਹੜਾ ਗੁਰੂ ਹੋਵੇ ਉਹ ਤੇ ਕਈਆਂ ਨੂੰ ਚੁੱਪ ਕਰਾ ਦਿੰਦਾ ਸੀ। ਉਹਦੇ ਬੋਲ ਦੀ ਤਾਕਤ ਇੰਨੀ ਸੀ। ਉਹ ਗੁਰੂ ਨਾਨਕ ਸਾਹਿਬ ਦਾ ਬੋਲ ਹੈ। ਮਰਦ ਕਹਿੰਦੇ ਵੀ ਪੁੱਤਰੀ ਕੀ ਲੈ ਕੇ ਆਈ ਹੈ? ਇੱਕ ਵਾਰ ਤੇ ਬੋਲ ਨਹੀਂ ਨਿਕਲਿਆ, ਫਿਰ ਉਹ ਦੂਜੀ ਵਾਰ ਬੋਲਦੀ ਹੈ ਵੀ ਮਹਾਰਾਜ ਜੀ ਮੈਂ ਤੁਹਾਡੇ ਲਈ ਦੁੱਧ ਲੈ ਕੇ ਆਈ ਹਾਂ, ਤੁਸੀਂ ਇਹਨੂੰ ਪ੍ਰਵਾਨ ਕਰੋ। ਤੇ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਦੁੱਧਾਂ ਪੁੱਤਾਂ ਵਾਲੇ ਜੇ, ਤੁਸੀਂ ਛਕੋ। ਤੂੰ ਮਨ ਦੇ ਵਿੱਚ ਸੋਚਦੀ ਹੈ ਵੀ ਵਾਕਿਆ ਹੀ ਭਾਵੇਂ ਦੁੱਧ ਅਸੀਂ ਇਹਨੂੰ ਅਰਪਣ ਕਰਦੇ ਪਏ ਹਾਂ, ਚੀਜ਼ਾਂ ਇਹਨੂੰ ਅਸੀਂ ਰੱਖਦੇ ਪਏ ਹਾਂ, ਪਰ ਕਮਾਲ ਦੀ ਗੱਲ ਹੈ ਇਹਦੇ ਕੋਲੋਂ ਮੰਗਾਂਗੇ ਵੀ ਵਾਪਸ ਅਸੀਂ ਇਹੋ ਹੀ ਨਾ ਵੀ ਸਾਡੇ ਘਰੋਂ ਦੁੱਧ ਨਾ ਮੁੱਕੇ ਤੇ ਸਾਡੇ ਘਰੋਂ ਔਲਾਦ ਨਾ ਮੁੱਕੇ। ਅਸੀਂ ਇਹੋ ਹੀ ਮੰਗਾਂਗੇ ਨਾ ਜੋ ਇਹਦੇ ਅੱਗੇ ਰੱਖਦੇ ਪਏ ਹਾਂ, ਵਾਪਸ ਵੀ ਇਹਦੇ ਕੋਲੋਂ ਇਹੋ ਹੀ ਮੰਗਣੀ ਹੈ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਭੁੱਖਾ ਕਿ ਅਸੀਂ ਭੁੱਖੇ ਹਾਂ ਜਿਹਦੇ ਅੱਗੇ ਚੀਜ਼ ਰੱਖਦੇ ਪਏ ਹਾਂ। ਆਪਣੇ ਵੱਲੋਂ ਅਸੀਂ ਚੀਜ਼ ਰੱਖਦੇ ਹਾਂ, ਮੰਗਣਾ ਫੇਰ ਇਹਦੇ ਕੋਲੋਂ ਹੈ। ਤੇ ਉਹ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਛਕੋ। ਤੇ ਮਹਾਰਾਜ ਨੂੰ ਕਹਿੰਦੀ ਹੈ ਵੀ ਨਹੀਂ ਮਹਾਰਾਜ ਮੈਂ ਇਹ ਨਹੀਂ ਛਕਣਾ, ਤੁਸੀਂ ਇੱਦਾਂ ਕਰੋ ਮੈਨੂੰ ਉਹ ਸਵਾਦ ਛਕਾਓ ਜਿਹੜਾ ਕੀਰਤਨ ਸੁਣ ਕੇ ਆਉਂਦਾ ਹੈ। ਜੋ ਤੁਸੀਂ ਗਾਉਂਦੇ ਜੇ ਨਾ, ਉਸ ਗਾਉਣ ਨੂੰ ਸੁਣ ਕੇ ਜਿਹੜਾ ਇੱਕ ਸਵਾਦ ਹੈ ਨਾ ਉਹ ਸਵਾਦ ਮੇਰੇ ਕੋਲ ਆਵੇ। ਤੇ ਮੈਂ ਹੁਣੇ ਜਦੋਂ ਮੈਂ ਪਹਿਲਾਂ ਇੱਥੋਂ ਹੋ ਕੇ ਗਈ ਹਾਂ ਨਾ, ਤੇ ਆਹ ਜਿਹੜਾ ਭਾਈ ਹੈ ਨਾ ਤੁਹਾਡੇ ਲਾਗੇ ਬੈਠਾ, ਇਹ ਮੈਨੂੰ ਕਹਿੰਦਾ ਸੀ ਵੀ ਜਦੋਂ ਸ਼ਬਦ ਨੂੰ ਸੁਣੀਏ ਨਾ ਤਾਂ ਸ਼ਬਦ ਦਾ ਟੇਸਟ ਹੁੰਦਾ ਹੈ। ਪ੍ਰਸ਼ਾਦਾ ਮਿਲ ਜਾਵੇ ਤਾਂ ਵੀ ਕੋਈ ਗੱਲ ਨਹੀਂ, ਨਾ ਮਿਲੇ ਤਾਂ ਵੀ ਕੋਈ ਗੱਲ ਨਹੀਂ। ਕਹਿੰਦੀ ਮੈਨੂੰ ਇੱਦਾਂ ਦਾ ਸਵਾਦ ਚਾਹੀਦਾ ਹੈ ਕਿ ਬਸ ਮੈਂ ਭੁੱਖੀ ਹੋਵਾਂ ਤਾਂ ਵੀ ਆਨੰਦ ਦੇ ਵਿੱਚ, ਰੱਜੀ ਹੋਵਾਂ ਤਾਂ ਵੀ ਆਨੰਦ ਦੇ ਵਿੱਚ, ਜੇ ਕੁਝ ਮਿਲ ਜਾਵੇ ਤਾਂ ਵੀ ਆਨੰਦ ਦੇ ਵਿੱਚ, ਕੁਝ ਚਲਾ ਜਾਵੇ ਮੇਰੇ ਅੰਦਰੋਂ ਨਾ ਉਹ ਸਵਾਦ ਨਹੀਂ ਖਤਮ ਹੋਣਾ ਚਾਹੀਦਾ, ਉਹ ਟੇਸਟ ਨਹੀਂ ਖਤਮ ਹੋਣਾ ਚਾਹੀਦਾ, ਮੈਨੂੰ ਆਹ ਚੀਜ਼ ਚਾਹੀਦੀ ਹੈ। ਤੇ ਮਹਾਰਾਜ ਜੀ ਕਹਿੰਦੇ ਵੀ ਚਲੋ ਕੋਈ ਨਹੀਂ, ਖੇਡ ਵਾਪਰਦੀ ਹੈ, ਤੁਸੀਂ ਛਕੋ। ਤੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਵੀ ਬਾਬਾ ਜੀ ਤੁਸੀਂ ਛਕੋ। ਤੇ ਬਾਬਾ ਮਰਦਾਨਾ ਕੋ ਕਹਿੰਦਾ ਵੀ ਨਹੀਂ ਮਹਾਰਾਜ ਪਹਿਲਾਂ ਤੁਸੀਂ ਛਕੋਗੇ ਤੇ ਮੈਂ ਫੇਰ ਹੀ ਛਕਾਂਗਾ। ਤੇ ਮਹਾਰਾਜ ਜੀ ਨੇ ਉਸ ਬੀਬੀ ਨੂੰ ਜਿਹੜੀ ਉਹ ਬੱਚੀ ਲੈ ਕੇ ਆਈ ਸੀ ਦੁੱਧ ਦਾ ਪ੍ਰਸ਼ਾਦ ਜਾਂ ਜੋ ਵੀ ਲੈ ਕੇ ਆਈ ਸੀ ਮਹਾਰਾਜ ਦੇ ਅੱਗੇ ਭੇਟ ਕਰਨ ਦੇ ਲਈ, ਤੇ ਮਹਾਰਾਜ ਜੀ ਨੂੰ ਜਦੋਂ ਉਹ ਗੱਲ ਕਰਦੀ ਹੈ ਵੀ ਸੱਚੇ ਪਾਤਸ਼ਾਹ ਮੈਨੂੰ ਤੇ ਆਨੰਦ ਚਾਹੀਦਾ ਹੈ, ਤੇ ਮਹਾਰਾਜ ਨੇ ਕੀ ਕੀਤਾ? ਮਹਾਰਾਜ ਕਹਿੰਦੇ ਆਨੰਦ ਆਵੇਗਾ, ਇਹਨੂੰ ਤੁਸੀਂ ਛਕੋ, ਕਿਉਂਕਿ ਤੁਸੀਂ ਛਕੋ। ਤੇ ਹੋਇਆ ਕੀ?
ਮਹਾਰਾਜ ਕਹਿੰਦੇ ਵੀ ਬਸ ਇੱਕ ਗੱਲ ਕਹੋ ਵੀ ਤੈਨੂੰ ਰੱਬ ਚੇਤੇ ਆਵੇ, ਜਾਂ ਕੋਈ ਵੀ ਲਫ਼ਜ਼ ਉੱਥੇ ਸਮਝ ਲਓ ਵੀ ਮਹਾਰਾਜ ਨੇ ਕਿਹਾ ਹੋਵੇਗਾ ਵੀ ਤੈਨੂੰ ਵਾਹਿਗੁਰੂ ਚੇਤੇ ਆਵੇ, ਬਸ ਇੰਨੀ ਕੁ ਖੇਡ ਸੀ। ਸਤਿਗੁਰੂ ਕਹਿੰਦੇ ਵੀ ਸਾਰੀ ਖੇਡ ਬਣ ਜਾਵੇਗੀ, ਤੂੰ ਜੋ ਚਾਹੁੰਦੀ ਹੈ ਬਸ ਮੂੰਹ ਦੇ ਵਿੱਚੋਂ ਇੱਕ ਵਾਰ ਕਹਿ ਵਾਹਿਗੁਰੂ, ਬਸ ਇੰਨੀ ਕੁ ਖੇਡ ਸੀ। ਭਾਈ ਵੀਰ ਸਿੰਘ ਕਹਿੰਦੇ ਨੇ ਵੀ ਉਹਦੀ ਜ਼ੁਬਾਨ ਤੋਂ ਵਾਹਿਗੁਰੂ ਪਹਿਲਾਂ ਉਹਦੇ ਕੰਨਾਂ ਤੱਕ ਸੁਣਿਆ, ਅਤੇ ਕੰਨਾਂ ਤੋਂ ਬਸ ਫਿਰ ਮਨ ਤੱਕ, ਅਤੇ ਮਨ ਤੋਂ ਫਿਰ ਆਤਮਾ ਤੱਕ ਚਲਾ ਗਿਆ। ਉਹ ਆਈ ਤੇ ਸਿਰਫ ਟੇਸਟ ਲੈਣ ਸੀ ਨਾ, ਵੀ ਜਿਹੜਾ ਸਾਡਾ ਕੀਰਤਨ ਸੁਣ ਕੇ ਆਨੰਦ ਤੁਹਾਨੂੰ ਮੈਨੂੰ ਆਉਂਦਾ ਹੈ, ਉਹ ਕੀਰਤਨ ਦਾ ਆਨੰਦ ਸਦਾ ਬਣਿਆ ਰਵੇ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਬਸ ਸ਼ਬਦ ਸੁਣਾ ਕੇ ਤੇ ਕੀ ਕੀਤਾ, ਉਹ ਸੁੱਖ ਦੇਣ ਵਾਲਾ, ਆਨੰਦ ਦੇਣ ਵਾਲਾ ਰੱਬ ਹੀ ਉਹਦੇ ਅੰਦਰ ਵਸਾ ਦਿੱਤਾ। ਆਈ ਉਹ ਆਪਣੇ ਵੱਲੋਂ ਕੁਝ ਭੇਟਾ ਅਰਪਣ ਕਰਨ ਸੀ, ਪਰ ਲੈ ਕੇ ਕੀ ਚਲੀ ਗਈ, ਨਾਮ ਦਾ ਖਜ਼ਾਨਾ। ਉਹਨੇ ਸਿਰਫ 3 ਦਿਨ ਮਹਾਰਾਜ ਦੀ ਸੰਗਤ ਕੀਤੀ ਸੀ, 3 ਦਿਨ। ਅਤੇ ਇੱਦਾਂ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ, ਉਹ ਬੀਬੀ ਜਿਹੜੀ ਹੈ ਨਾ, ਜਦੋਂ ਮਹਾਰਾਜ ਦੇ ਕੋਲੋਂ ਵਿਦਾ ਹੁੰਦੀ ਹੈ, ਜਦੋਂ ਜਾਂਦੀ ਹੈ ਆਪਣੇ ਘਰ ਦੇ ਵਿੱਚ, ਅਤੇ ਘਰ ਵਾਲਾ, ਇਹ ਸੁਭਾਵਕ ਜੀ ਗੱਲ ਹੁੰਦੀ ਹੈ, ਕਈਆਂ ਨੂੰ ਨਹੀਂ ਚੀਜ਼ਾਂ ਸਮਝ ਲੱਗਦੀਆਂ ਵੀ ਹੋ ਕੀ ਗਿਆ ਘਰ ਦੇ ਵਿੱਚ, ਅਤੇ ਜਿਹਦੀ ਜ਼ਿੰਦਗੀ ਬਦਲ ਗਈ ਉਹਨੂੰ ਤਾਂ ਸਾਰਾ ਕੁਝ ਹੀ ਚੰਗਾ ਲੱਗਣ ਲੱਗ ਪਿਆ। ਉਹ ਘਰ ਦੇ ਵਿੱਚ ਗਈ, ਘਰ ਦੇ ਕੰਮਕਾਰ ਵੀ ਉੱਦਾਂ ਕਰੇ, ਸਾਰਾ ਕੁਝ ਉੱਦਾਂ ਕਰੇ। ਪਹਿਲਾਂ ਤਾਂ ਉਹਦਾ ਜਿਹੜਾ ਘਰ ਵਾਲਾ ਸੀ, ਉਹਨੇ ਤਾਂ ਬਹੁਤਾ ਨੋਟਿਸ ਵੀ ਨਹੀਂ ਕੀਤਾ, ਕਿਉਂਕਿ ਦੁਨਿਆਵੀ ਬੰਦਾ ਦੁਨਿਆਵੀ ਸੋਚਾਂ ਹੀ ਸੋਚਦਾ ਹੈ। ਉਹਨੂੰ ਬਹੁਤੇ ਇਹੋ ਜਿਹੇ ਬੰਦੇ ਲੱਗਦੇ ਨੇ ਵੀ ਇਹ ਪਤਾ ਨਹੀਂ ਕਿਹੜੀਆਂ ਸੋਚਾਂ ਸੋਚਣ ਲੱਗ ਪਏ। ਉਹਨੇ ਬਹੁਤਾ ਨੋਟਿਸ ਵੀ ਨਹੀਂ ਕੀਤਾ ਇਸ ਗੱਲ ਨੂੰ, ਧਿਆਨ 'ਚ ਵੀ ਨਹੀਂ ਆਇਆ ਉਹਦੇ। ਬਾਅਦ 'ਚ ਉਹਨੂੰ ਪਤਾ ਲੱਗਾ ਵੀ ਨਹੀਂ, ਕੁਝ ਖੇਡ ਵਾਪਰ ਗਈ ਹੈ। ਪਰ ਉਹ ਖੇਡ ਕਿੰਨੇ ਚਿਰ 'ਚ ਵਾਪਰੀ, ਜਦੋਂ ਉਸ ਬੀਬੀ ਨੇ ਸੰਗਤ ਕੀਤੀ। ਸੰਗਤ ਤੇ ਚਲੋ ਮਹਾਰਾਜ ਦੀ ਸੰਗਤ ਸੀ, ਗੁਰੂ ਨਾਨਕ ਦੀ ਸੰਗਤ ਸੀ, ਅਤੇ ਉਸ ਸੰਗਤ ਦੇ ਵਿੱਚ ਤੇ ਪਸ਼ੂ ਪ੍ਰੇਤ ਮੁਗਧ ਪਏ ਸਰੋਤੇ, ਹਰ ਨਾਮਾ ਮੁਖ ਗਾਇਆ ਵਾਲੀ ਗੱਲ ਹੈ ਵੀ ਬਾਬਾ ਤੇ ਪਸ਼ੂਆਂ ਨੂੰ ਇਕੱਠਾ ਕਰ ਲੈਂਦਾ ਹੈ ਆਪਣੇ ਵੱਲ, ਵੀ ਜਦੋਂ ਉਹ ਕੀਰਤਨ ਸੁਣਦਾ ਹੈ ਤੇ ਪਸ਼ੂ ਖਿੱਚੇ ਆਉਂਦੇ ਨੇ। ਬੰਦਿਆਂ ਦੀ ਕੀ ਤਾਕਤ ਹੈ ਵੀ ਬੰਦਾ ਜਿਹੜਾ ਹੈ ਉਹ ਆਪਣੀ ਤਾਕਤ ਛਡਾ ਦੇਵੇ ਵੀ ਮੈਂ ਨਹੀਂ ਸਿੱਖਣਾ ਮਹਾਰਾਜ ਦੇ ਕੋਲੋਂ। ਇੱਕ ਬਚਨ ਹੈ, ਹਜ਼ੂਰ ਕਹਿੰਦੇ ਗੁਰ ਵਣ ਤ੍ਰਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ। ਮਰਦ ਕਹਿੰਦੇ ਨੇ ਗੁਰੂ ਤੇ ਜੰਗਲਾਂ ਨੂੰ ਹਰੇ ਕਰ ਦਿੰਦਾ ਹੈ, ਬੰਦੇ ਦੀ ਕੀ ਤਾਕਤ ਹੈ ਵੀ ਬੰਦਾ ਕਹੇ ਵੀ ਮੈਂ ਗੁਰੂ ਦੇ ਅੱਗੇ ਅੜ ਜਾਵਾਂ, ਵੀ ਗੁਰੂ ਦੀ ਗੱਲ ਨਹੀਂ ਸੁਣਨੀ, ਹਿੰਮਤ ਹੀ ਨਹੀਂ ਹੈ। ਅਤੇ ਮਹਾਰਾਜ ਦੀ ਮੌਜ ਸੀ ਵੀ ਜਿਹਨੂੰ ਸੁਣਾਉਣਾ ਹੀ ਨਹੀਂ, ਉਹ ਲਾਗੇ ਆ ਕੇ ਵੀ ਨਹੀਂ ਸੀ ਸੁਣ ਪਾਉਂਦੇ, ਨਹੀਂ ਤੇ ਮਹਾਰਾਜ ਚਾਹਵੇ ਤੇ ਕਿਸੇ ਨੂੰ ਸੁਣਾ ਨਾ ਸਕੇ। ਇਹ ਕਿੱਦਾਂ ਦੀ ਖੇਡ ਹੋ ਗਈ। ਸੰਗਤ ਇਸ ਕਰਕੇ ਪਵਿੱਤਰ ਹੈ ਵੀ ਇੱਥੇ ਸਾਨੂੰ ਪ੍ਰੇਮਾ ਭਗਤੀ ਆਉਂਦੀ ਹੈ। ਸੰਗਤ ਇਸ ਕਰਕੇ ਉੱਤਮ ਹੈ ਵੀ ਇੱਥੋਂ ਅਸੀਂ ਆਹ ਗੱਲਾਂ ਸਿੱਖਦੇ ਹਾਂ। ਤੁਸੀਂ 4 ਗੱਲਾਂ ਗਿਆਨ ਦੀਆਂ ਬਾਹਰੋਂ ਵੀ ਸਿੱਖ ਸਕਦੇ ਜੇ, ਕਿਤਾਬਾਂ ਦੇ ਵਿੱਚੋਂ ਵੀ ਸਿੱਖ ਸਕਦੇ ਜੇ। ਮਾਹੌਲ ਸੰਗਤ ਦਾ ਸੰਗਤ ਦੇ ਵਿੱਚੋਂ ਹੀ ਮਿਲੇਗਾ। ਇਸ ਕਰਕੇ ਮੈਂ ਬੇਨਤੀ ਕਰਦਾ ਹੁੰਦਾ, ਭਾਈ ਜਦੋਂ ਸੰਗਤ ਹੋ ਰਹੀ ਹੁੰਦੀ ਹੈ ਉਦੋਂ ਸੰਗਤ ਦੇ ਵਿੱਚ ਆਇਆ ਕਰੋ, ਅਤੇ ਉਦੋਂ ਸੰਗਤ ਦੇ ਮਾਹੌਲ ਨੂੰ ਬਣਾ ਕੇ ਰੱਖਣਾ ਸਾਡਾ ਫਰਜ਼ ਹੁੰਦਾ ਹੈ। ਇਹ ਨਾ ਹੋਵੇ ਕਿ ਸੱਚਖੰਡ 'ਤੇ ਮੈਂ ਕਹਿ ਦਿੱਤਾ ਸੰਗਤ ਨੂੰ, ਅਤੇ ਉਸ ਸੱਚਖੰਡ ਦੇ ਵਿੱਚ ਮੈਂ ਕੀ ਕਰਦਾ ਪਿਆ ਹਾਂ, ਮੈਂ ਉਸ ਸੱਚਖੰਡ ਦਾ ਆਨੰਦ ਮਾਣਦਾ ਪਿਆ ਹਾਂ ਕਿ ਮੈਨੂੰ ਪਤਾ ਹੀ ਨਹੀਂ ਮੈਂ ਬੈਠਾ ਕਿੱਥੇ ਹਾਂ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ, ਭਾਈ ਪ੍ਰੇਮ ਭਗਤ ਆਵੇਸ਼। ਇਸ ਸੰਗਤ ਦੇ ਵਿੱਚ ਨਾ ਪ੍ਰੇਮਾ ਭਗਤੀ ਸਿੱਖੀ ਜਾਂਦੀ ਹੈ, ਪਿਆਰ ਦੀ ਭਗਤੀ ਸਿੱਖੀ ਜਾਂਦੀ ਹੈ। ਔਰ ਸਿੱਖ ਹੁੰਦੇ ਹੀ ਇੱਦਾਂ ਦੇ ਸੀ, ਇੰਨੇ ਖਿੜੇ ਚਿਹਰਿਆਂ ਵਾਲੇ, ਇੰਨੇ ਪਿਆਰ ਵਾਲੇ ਵੀ ਬਸ ਹਰ ਇੱਕ ਦੇ ਕੋਲੋਂ ਨਾ ਕੋਈ ਨਵੀਂ ਦਾਤ ਮਿਲ ਜਾਣੀ। ਪਰ ਇਹ ਚੀਜ਼ ਸਾਡੀ ਜ਼ਿੰਦਗੀ ਦੇ ਵਿੱਚ ਆਵੇ ਤੇ ਫਿਰ ਕਮਾਲ ਦੀ ਗੱਲ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਪ੍ਰੇਮ ਭਗਤ ਆਵੇਸ਼ ਸਹਿਜ ਸੁਖਾਣਿਆ। ਸੰਗਤ ਦਾ ਜਿਹੜਾ ਦੇਸ਼ ਹੈ ਨਾ ਉਹ ਸੱਚਾ ਹੈ, ਇਹ ਪ੍ਰਵਾਨਿਤ ਘਰ ਹੈ, ਇਹ ਗੁਰੂ ਨਾਨਕ ਦਾ ਘਰ ਹੈ, ਇਹ ਰੱਬ ਦਾ ਘਰ ਹੈ। ਇਹ ਨਹੀਂ ਕਿ ਬਾਹਰ ਥਾਵਾਂ ਦੇ ਉੱਤੇ ਘਰ ਨਹੀਂ ਹੈ, ਪਰ ਰੱਬ ਦਾ ਘਰ ਇਸ ਕਰਕੇ ਵੀ ਇੱਥੇ ਅਸੀਂ ਉਹਦੀ ਗੱਲ ਸੁਣ ਲਈ ਹੈ। ਸਾਰੀਆਂ ਪਿਛਲੀਆਂ ਪੌੜੀਆਂ ਇਹਦੀ ਹੀ ਵਿਆਖਿਆ ਕਰਕੇ ਆਏ ਹਾਂ। ਭਗਤ ਵਸ਼ਲ ਪਰਵੇਸ਼ ਮਾਣ ਨਿਮਾਣਿਆ। ਜਿਨ੍ਹਾਂ ਦੇ ਅੰਦਰ ਭਗਤ ਵਸ਼ਲ, ਵਸ਼ਲ ਦਾ ਮਤਲਬ ਹੁੰਦਾ ਹੈ ਪਿਆਰ ਕਰਨ ਵਾਲਾ, ਜਿਨ੍ਹਾਂ ਦੇ ਅੰਦਰ ਰੱਬ ਦਾ ਪ੍ਰਵੇਸ਼ ਹੋ ਜਾਂਦਾ ਹੈ। ਭਗਤ ਵਸ਼ਲ, ਭਗਤੀ ਨੂੰ ਪ੍ਰੇਮ ਕਰਨ ਵਾਲਾ ਰੱਬ ਦਾ ਇੱਕ ਨਾਮ ਹੈ। ਜਿਨ੍ਹਾਂ ਦੇ ਅੰਦਰ ਉਸ ਰੱਬ ਦਾ ਪ੍ਰਵੇਸ਼ ਹੋ ਜਾਂਦਾ ਹੈ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ, ਮਾਣ ਨਿਮਾਣਿਆ। ਉਹ ਨਿਮਾਣਿਆਂ ਦੇ ਮਾਣ ਬਣ ਜਾਂਦੇ ਨੇ। ਜਿਨ੍ਹਾਂ ਨੂੰ ਕੋਈ ਮਾਣ ਨਹੀਂ ਨਾ ਦਿੰਦਾ, ਉਹਨਾਂ ਨੂੰ ਉਹ ਗਲ ਦੇ ਨਾਲ ਲਾ ਲੈਂਦੇ ਨੇ। ਉਹਨਾਂ ਨੂੰ ਫਿਰ ਉਹ ਜਾ ਕੇ ਕਹਿੰਦੇ ਨੇ ਵੀ ਭਾਈ ਤੇਰੇ ਘਰੋਂ ਅੱਜ ਪ੍ਰਸ਼ਾਦਾ ਛਕਣਾ। ਅਤੇ ਉਹ ਕਹਿੰਦਾ ਵੀ ਮਹਾਰਾਜ ਮੇਰੇ ਘਰ ਦੇ ਵਿੱਚ ਤਾਂ ਕੁਝ ਹੈ ਹੀ ਨਹੀਂ। ਅਤੇ ਸਤਿਗੁਰੂ ਕਹਿੰਦੇ, ਕੋਈ ਨਹੀਂ, ਜੋ ਤੇਰੇ ਘਰ ਦੇ ਵਿੱਚ ਜਿੱਦਾਂ ਦਾ ਵੀ ਹੈ ਨਾ, ਤੂੰ ਮੇਰੇ ਸਾਹਮਣੇ ਲੈ ਆ। ਅਤੇ ਉਹ ਅੱਗੋਂ ਕਹਿੰਦਾ ਹੈ ਵੀ ਮਹਾਰਾਜ ਜੀ, ਵੀ ਮੈਂ ਤਾਂ ਨੀਵੀਂ ਜਾਤ ਵਾਲਾ ਬੰਦਾ ਅਤੇ ਤੁਸੀਂ ਤਾਂ ਉੱਚੇ ਜੇ, ਇਸ ਕਰਕੇ ਮੈਂ ਤੁਹਾਡੇ ਲਈ ਸਪੈਸ਼ਲ ਚੌਂਕਾ ਬਣਾ ਦਿੰਦਾ ਵੀ ਤੁਸੀਂ ਉੱਥੇ ਬੈਠ ਕੇ ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ, ਨਹੀਂ, ਜੇ ਬਣਾਇਆ ਤੂੰ ਹੈ ਤਾਂ ਤੇਰੇ ਨਾਲ ਬੈਠ ਕੇ ਛਕਾਂਗੇ। ਭਾਈ ਲਾਲੋ ਦੀ ਗੱਲ, ਮਹਾਰਾਜ ਜੀ ਨੇ ਉਹਦੇ ਨਾਲ ਬੈਠ ਕੇ ਛਕਿਆ। ਜਿਹਨੂੰ ਸਤਿਗੁਰੂ ਕਹਿੰਦੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉਂ ਕਾ ਰੀਸ। ਮਹਾਰਾਜ ਕਹਿੰਦੇ, ਵੱਡਿਆਂ ਨਾਲ ਤੇ ਸਾਰੇ ਖੜੇ ਹੋ ਜਾਂਦੇ ਨੇ, ਮੈਂ ਉਹਨਾਂ ਨਾਲ ਖੜਾ ਹੋਵਾਂਗਾ ਜਿਨ੍ਹਾਂ ਦੇ ਨਾਲ ਕੋਈ ਨਹੀਂ ਖੜਦਾ, ਜਿਨ੍ਹਾਂ ਦੀ ਕੋਈ ਨਹੀਂ ਨਾ ਸੁਣਦਾ, ਮੈਂ ਉਹਨਾਂ ਦੀ ਗੱਲ ਸੁਣਨ ਦੇ ਲਈ ਤਿਆਰ ਹਾਂ।
ਭਗਤ ਵਸ਼ਲ ਪ੍ਰਵੇਸ਼, ਜਿਨ੍ਹਾਂ ਦੇ ਅੰਦਰ ਰੱਬ ਦੀ ਭਗਤੀ ਪ੍ਰਵੇਸ਼ ਕਰ ਗਈ ਹੈ। ਮਾਣ ਨਿਮਾਣਿਆ, ਉਹ ਨਿਮਾਣਿਆਂ ਦੇ ਮਾਣ ਬਣ ਗਏ। ਭਾਵ ਉਹਨਾਂ ਨੇ ਉਹਨਾਂ ਨੂੰ ਮਾਣ ਦਿੱਤਾ ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ। ਫਿਰ ਬ੍ਰਹਮਾ ਵਿਸ਼ਨ ਮਹੇਸ਼ ਅੰਤ ਨਾ ਜਾਣਿਆ। ਇਸ ਪੰਕਤੀ ਨੂੰ ਸਮਝਿਓ, ਗੁਰੂ ਦੀ ਮਹਿਮਾ ਏਡੇ ਕਮਾਲ ਦੀ ਹੈ। ਗੁਰੂ ਇਸ ਲੈਵਲ ਦੇ ਉੱਤੇ ਜੀਂਦਾ ਹੈ, ਕੋਈ ਵੀ ਦੇਵਤਾ ਉਹਦੀ ਮਹਿਮਾ ਨੂੰ ਨਹੀਂ ਜਾਣ ਸਕਦਾ। ਇੱਥੇ ਇਹ ਨਾ ਸਮਝਣਾ ਵੀ ਦੇਵਤੇ ਨੀਵੇਂ ਨੇ, ਇੱਥੇ ਇਹ ਸਮਝ ਲੈਣਾ ਵੀ ਗੁਰੂ ਉੱਚਾ ਹੈ। ਜਿਹੜਾ ਬੱਚਾ 10ਵੀਂ ਦੇ ਵਿੱਚ ਪੜ੍ਹਦਾ ਹੋਵੇ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਅਨਪੜ੍ਹ ਹੈ, ਪਰ ਜਿਹਨੇ MA ਕੀਤੀ ਹੋਵੇ ਉਹ 10ਵੀਂ ਵਾਲੇ ਨਾਲੋਂ ਉੱਚਾ ਹੈ। ਤੁਸੀਂ ਰੋਜ਼ ਜਪਜੀ ਸਾਹਿਬ ਪੜ੍ਹਦੇ ਜੇ ਉਸ ਭਾਵਨਾ ਨੂੰ ਸਮਝ ਲਵੋਗੇ, ਇੱਕ ਅਵਸਥਾ ਆਉਂਦੀ ਹੈ। ਹਜ਼ੂਰ ਕਹਿੰਦੇ ਨੇ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਸਰਮਖੰਡ ਇੱਕ ਇਹੋ ਜਿਹੀ ਅਵਸਥਾ ਹੈ ਜਿੱਥੇ ਦੇਵਤਿਆਂ ਵਾਲੀ ਬੁੱਧੀ ਹੋ ਜਾਂਦੀ ਹੈ ਬੰਦੇ ਦੀ। ਪਰ ਸਰਮਖੰਡ ਦੇ ਅੱਗੇ ਕੀ ਹੈ? ਕਰਮਖੰਡ। ਤੇ ਕਰਮਖੰਡ ਤੋਂ ਅੱਗੇ ਕੀ ਹੈ? ਸੱਚਖੰਡ। ਤੁਸੀਂ ਜਪਜੀ ਸਾਹਿਬ ਪੜ੍ਹੋਗੇ ਤੁਹਾਨੂੰ ਦਰਸ਼ਨ ਹੋ ਜਾਣਗੇ। ਦੇਵਤਿਆਂ ਦੀ ਅਵਸਥਾ ਸਰਮਖੰਡ ਵਾਲੀ ਹੈ। ਅਸੀਂ ਧਰਮਖੰਡ 'ਤੇ ਜੀਂਦੇ ਹਾਂ, ਅਸੀਂ ਬਹੁਤ ਨੀਵੇਂ ਹਾਂ, ਅਸੀਂ ਦੇਵਤਿਆਂ ਤੋਂ ਵੀ ਨੀਵੇਂ ਹਾਂ। ਪਰ ਇਹ ਬੇਨਤੀ ਕਰ ਦੇਵਾਂ, ਦੇਵਤਿਆਂ ਨੂੰ ਵੀ ਸਫ਼ਰ ਕਰਨਾ ਪੈਂਦਾ ਹੈ ਸੱਚਖੰਡ ਦੇ ਵਿੱਚ ਜਾਣ ਵਾਲਾ। ਉਹ ਸੱਚਖੰਡ ਦੇ ਵਿੱਚ ਤਾਂ ਜਾਣਗੇ ਜੇ ਮਨੁੱਖਾ ਸਰੀਰ ਦੇ ਵਿੱਚ ਆਉਣਗੇ। ਸਾਡੇ ਕੋਲੋਂ ਸਰੀਰ ਨਹੀਂ ਹੈ, ਸਰੀਰ ਹੈ ਪਰ ਸਾਡੇ ਕੋਲ ਦੇਵਤਿਆਂ ਵਾਲੀ ਸੁਰਤ ਨਹੀਂ। ਇਸ ਕਰਕੇ ਇੱਦਾਂ ਕਹਿ ਲਈਏ, ਗੁਰੂ ਸੱਚਖੰਡ ਦੇ ਵਿੱਚ ਰਹਿਣ ਵਾਲਾ ਹੈ। ਸੱਚਖੰਡ ਵਸੈ ਨਿਰੰਕਾਰ। ਤੇ ਮਹਾਰਾਜ ਨੇ ਉੱਥੇ ਕੀ ਬੋਲਿਆ? ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਮਨ ਦੇ ਵਿੱਚ ਰਾਮ ਵਸਦਾ ਹੈ ਨਾ, ਵਾਹਿਗੁਰੂ ਵਸਦਾ ਹੈ, ਉਹ ਠੱਗੇ ਨਹੀਂ ਜਾਂਦੇ। ਗੁਰੂ ਉਸ ਅਵਸਥਾ 'ਤੇ ਵਸਦਾ ਹੈ। ਇਸ ਕਰਕੇ ਬ੍ਰਹਮਾ ਵਰਗਿਆਂ ਨੇ, ਵਿਸ਼ਨੂੰ ਵਰਗਿਆਂ ਨੇ, ਸ਼ਿਵ ਵਰਗਿਆਂ ਨੇ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਿਆ ਵੀ ਗੁਰੂ ਕਿੱਡੇ ਕਮਾਲ ਦਾ ਹੈ। ਤੇ ਜੇ ਇਹ ਨਹੀਂ ਜਾਣ ਸਕਦੇ ਤੇ ਅਸੀਂ ਕੀ ਜਾਣ ਸਕਦੇ ਹਾਂ? ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੇ ਕਥਨਹਾਰ। ਸਿਮਰ ਸਹਿਸ ਫਲ ਸੇਖ, ਤਿਲ ਨਾ ਪਛਾਣਿਆ। ਸ਼ੇਸ਼ਨਾਗ ਦੇ ਬਾਰੇ ਇੱਕ ਗੱਲ ਬੋਲੀ ਜਾਂਦੀ ਹੈ ਵੀ ਉਹ ਹਰ ਵੇਲੇ, ਕਿਉਂਕਿ ਉਹਦਾ ਜਿਹਦਾ ਮਤਲਬ ਹੀ ਇਹ ਹੈ ਵੀ ਉਹਦੇ ਹਜ਼ਾਰਾਂ ਫਣ ਨੇ, ਤੇ ਹਰ ਵਾਰ ਉਹ ਨਵਾਂ ਨਾਮ ਲੈਂਦਾ ਹੈ ਰੱਬ ਦਾ। ਹਰ ਵਾਰ ਇਹ ਉਹਦੇ ਬਾਰੇ ਗੱਲ ਬੋਲੀ ਜਾਂਦੀ ਹੈ। ਤੇ ਕਹਿੰਦੇ ਵੀ ਜੇ ਉਹ ਹਰ ਵਾਰ ਨਵਾਂ ਨਾਮ ਬੋਲੇ ਵੀ ਨਾ ਰੱਬ ਦਾ, ਤੇ ਤਾਂ ਵੀ ਨਹੀਂ ਅੰਤ ਪਾ ਸਕਦਾ ਰੱਬ ਦਾ, ਤਾਂ ਵੀ ਨਹੀਂ ਅੰਤ ਪਾ ਸਕਦਾ ਰੱਬ, ਇੰਨਾ ਬੇਅੰਤ ਹੈ। ਸਿਮਰ ਸਹਿਸ ਫਣ, ਸਹਿਸ ਦਾ ਮਤਲਬ ਹੋ ਗਿਆ ਹਜ਼ਾਰ, ਫਣ ਦਾ ਮਤਲਬ ਜਿਹਦੀਆਂ ਹਜ਼ਾਰਾਂ ਹੀ ਫਣਾਂ ਨੇ। ਸ਼ੇਸ਼ਨਾਗ, ਸ਼ੇਸ਼, ਤਿਲ ਨਾ ਪਛਾਣਿਆ। ਤਿਲ ਮਾਤਰ ਵੀ ਉਹਨੇ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਿਆ ਹੈ ਵੀ ਗੁਰੂ ਕਿੱਡਾ ਬੇਅੰਤ ਹੈ, ਗੁਰੂ ਕਿੱਡੀ ਉੱਚੀ ਅਵਸਥਾ ਦਾ ਮਾਲਕ ਹੈ। ਗੁਰਮੁਖ ਦਰ ਦਰਵੇਸ਼। ਪਰ ਕਹਿੰਦੇ ਵੇਖੋ, ਹੁਣ ਭਾਈ ਗੁਰਦਾਸ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਗੁਰੂ ਦੀ ਮਹਿਮਾ ਤੇ ਬੜੇ ਕਮਾਲ ਦੀ ਹੈ, ਪਰ ਜਿਹੜੇ ਗੁਰਮੁਖ ਨੇ ਨਾ, ਉਹ ਇਸ ਘਰ ਦੇ ਦਰਵੇਸ਼ ਬਣ ਜਾਂਦੇ ਨੇ। ਗੁਰੂ ਘਰ ਦੇ ਦਰਵੇਸ਼ ਬਣ ਜਾਂਦੇ ਨੇ। ਦਰਵੇਸ਼ ਦਾ ਮਤਲਬ ਹੁੰਦਾ ਹੈ ਫਕੀਰ। ਗੁਰੂ ਦੀ ਮਹਿਮਾ ਬੜੀ ਕਮਾਲ ਦੀ ਹੈ। ਸੰਗਤ ਬੜੀ ਉੱਚੀ ਥਾਂ ਦੇ ਉੱਤੇ ਹੈ, ਜਿਹਦੇ ਵਿੱਚੋਂ ਕੁਝ ਕੁ ਹਿੱਸਾ ਅਸੀਂ ਪਿੱਛੇ ਵਿਚਾਰਿਆ ਹੈ। ਪਰ ਕਹਿੰਦੇ ਨੇ ਜਿਹੜੇ ਗੁਰਮੁਖ ਨੇ ਨਾ, ਉਹ ਇਸ ਘਰ ਦੇ ਫਕੀਰ ਬਣ ਜਾਂਦੇ ਨੇ। ਗੁਰਮੁਖ ਇਸ ਘਰ ਦੇ ਦਰਵੇਸ਼ ਬਣ ਜਾਂਦੇ ਨੇ। ਮਤਲਬ ਜਿੱਦੇ ਹੁਣ ਅਸੀਂ ਬੈਠੇ ਹੋਏ ਹਾਂ ਨਾ ਇੱਥੇ, ਤੇ ਇੱਥੇ ਅਸੀਂ ਇਸ ਘਰ ਦੇ ਦਰਵੇਸ਼ ਬਣ ਕੇ, ਫਕੀਰ ਬਣ ਕੇ ਬੈਠੇ ਹੋਏ ਹਾਂ। ਫਕੀਰ ਦਾ ਮਤਲਬ ਕੀ ਹੁੰਦਾ? ਜਿਹੜਾ ਰੱਬ ਦੇ ਘਰ ਦੇ ਵਿੱਚੋਂ ਮੰਗਦਾ ਪਿਆ ਹੈ। ਹੁਣ ਅਸੀਂ ਇਸ ਸੰਗਤ ਦੇ ਵਿੱਚੋਂ ਮੰਗਦੇ ਪਏ ਹਾਂ, ਇਸ ਕਰਕੇ ਸਾਨੂੰ ਇਸ ਘਰ ਦਾ ਫਕੀਰ ਬਣ ਕੇ ਰਹਿਣਾ ਪੈਣਾ ਹੈ। ਫਕੀਰ ਕੀ ਤੇ ਮਾਣ ਕੀ। ਤੇ ਜਿਹੜਾ ਇਸ ਘਰ ਦੇ ਵਿੱਚ ਫਕੀਰ ਬਣ ਗਿਆ, ਦੁਨੀਆ ਦੀਆਂ ਬਾਦਸ਼ਾਹੀਆਂ ਉਹਦੇ ਪੱਲੇ ਨੇ। ਚਲੋ ਅੱਜ ਅਸੀਂ ਇੱਕੋ ਪੌੜੀ ਨੂੰ ਵਿਚਾਰਾਂਗੇ ਤੇ ਮੈਂ ਆਖਰੀ ਗੱਲ ਕਹਿ ਕੇ ਤੇ ਸਮਾਪਤੀ ਕਰ ਦੇਵਾਂਗਾ। ਭਗਤ ਪੂਰਨ ਸਿੰਘ ਹੁਣਾਂ ਨੇ ਇੱਕ ਗੱਲ ਬੋਲੀ ਹੈ। ਉਹ ਕਹਿੰਦੇ ਵੀ ਖਾਲਸਾ ਜੀ, ਸਾਡੀ ਜਿਹੜੀ ਕੌਮ ਹੈ ਨਾ, ਫਕੀਰਾਂ ਦੀ ਕੌਮ ਹੈ। ਫਕੀਰ ਦਾ ਮਤਲਬ ਇੱਥੇ ਇਹ ਨਹੀਂ ਹੈ ਵੀ ਜਿਹਦੇ ਘਰ ਦੇ ਵਿੱਚ ਰਹਿਣ ਖਾਣ ਦੀ ਰੋਟੀ ਵੀ ਨਾ ਹੋਵੇ। ਇੱਥੇ ਫਕੀਰ ਦਾ ਮਤਲਬ ਹੈ ਬੇਪਰਵਾਹੀ ਵਾਲਾ। ਮਤਲਬ ਸਾਰਾ ਕੁਝ ਹੋਵੇ ਤਾਂ ਵੀ ਇੱਕ ਬੇਪਰਵਾਹੀ ਹੋਵੇ ਵੀ ਕੋਈ ਨਹੀਂ, ਜੋ ਕੁਝ ਹੋ ਰਿਹਾ ਹੈ ਮਾਲਕ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ। ਅਸੀਂ ਇੱਦਾਂ ਦੇ ਫਕੀਰ ਬਣਨਾ ਹੈ। ਇੱਦਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੇ ਜੇ ਫਕੀਰ ਬਣ ਗਏ ਹਨ ਨਾ, ਤਾਂ ਫਿਰ ਦੁਨੀਆ ਦੀ ਕਾਹਦੀ ਪਰਵਾਹ ਹੋ ਗਈ। ਇੱਕ ਬਚਨ ਆਉਂਦਾ ਹੈ ਮਹਾਰਾਜ ਜੀ ਦੀ ਬਾਣੀ ਦੇ ਵਿੱਚ, ਹਜ਼ੂਰ ਕਹਿੰਦੇ ਤਾਕੋ ਕਹੋ ਪਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਉਹਨੂੰ ਕਿਹਦੀ ਪਰਵਾਹ ਹੈ ਜਿਹਦੇ ਮੱਥੇ ਤੇ ਗੁਰੂ ਨੇ ਆਪਣਾ ਹੱਥ ਰੱਖ ਦਿੱਤਾ ਹੈ, ਜਿਹਦੇ ਸਿਰ ਤੇ ਮਹਾਰਾਜ ਨੇ ਆਪਣਾ ਬਖਸ਼ਿਸ਼ ਵਾਲਾ ਹੱਥ ਰੱਖ ਦਿੱਤਾ ਹੈ। ਜਿਸ ਗੁਰੂ ਦਿਆਂ ਗੁਣਾਂ ਦਾ ਅੰਤ ਕੋਈ ਦੇਵਤਾ ਨਹੀਂ ਪਾ ਸਕਦਾ, ਜਿਸ ਗੁਰੂ ਦੇ ਗੁਣਾਂ ਦੀ, ਜਿਸ ਗੁਰੂ ਦੀ ਸੰਗਤ ਦਾ ਅੰਤ ਕੋਈ ਆਮ ਬੰਦਾ ਸੋਚ ਵੀ ਨਹੀਂ ਸਕਦਾ, ਸਾਨੂੰ ਉਸ ਘਰ ਦੇ ਫਕੀਰ ਬਣਾਤਾ ਮਹਾਰਾਜ ਨੇ।
ਸਾਨੂੰ ਉਸ ਘਰ ਦੇ ਚੇਲੇ ਬਣਾ ਦਿੱਤਾ ਵੀ ਤੁਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਜੁੜੋ। ਗੁਰੂ ਨਾਨਕ ਤੇ ਬਹੁਤ ਉੱਚੀ ਅਵਸਥਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਵੀ ਸਾਨੂੰ ਮਹਾਰਾਜ ਨੇ ਉਸ ਗੁਰੂ ਨਾਨਕ ਦੀ ਸੰਗਤ ਦੇ ਦਿੱਤੀ। ਤੇ ਪਤਾ ਕੌਣ ਹੈ ਗੁਰੂ ਨਾਨਕ ਸਾਹਿਬ ਮਹਾਰਾਜ, ਜਿਹਦੇ ਬਾਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਇਸ ਗੱਲ ਦਾ ਸੰਸਾ ਨਾ ਰੱਖਿਓ ਵੀ ਤੁਸੀਂ ਮਹਾਰਾਜ ਨੂੰ ਵੇਖਿਆ ਨਹੀਂ। ਤੁਸੀਂ ਜਪਜੀ ਸਾਹਿਬ ਕਰਦੇ ਜੇ ਤੇ ਮਹਾਰਾਜ ਨੂੰ ਰੋਜ਼ ਵੇਖਦੇ ਜੇ, ਤੇ ਜੇ ਵੇਖਦੇ ਨਹੀਂ ਤੇ ਸੁਣਦੇ ਤੇ ਹੋ ਨਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਹਵਾਲਾ ਹੈ, ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸੁਣ ਲਿਆ ਤੇ ਜਿਨ੍ਹਾਂ ਨੇ ਮਹਾਰਾਜ ਨੂੰ ਵੇਖ ਲਿਆ, ਉਹਨਾਂ ਨੂੰ ਦੁਬਾਰਾ ਗਰਭ ਦੇ ਵਿੱਚ ਆਉਣਾ ਹੀ ਨਹੀਂ ਪਿਆ। ਸਾਨੂੰ ਕਿੰਨਾ ਮਾਣ ਦਿੱਤਾ, ਉਸ ਗੁਰੂ ਨਾਨਕ ਦੀ ਸੰਗਤ ਸਾਨੂੰ ਮਿਲ ਗਈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਦਰ ਦਰਵੇਸ਼। ਜਿੰਨੇ ਗੁਰਮੁਖ ਨੇ ਨਾ, ਉਹ ਗੁਰੂ ਨਾਨਕ ਦੇ ਘਰ ਦੇ ਦਰਵੇਸ਼ ਬਣ ਗਏ ਨੇ, ਉਹ ਗੁਰੂ ਨਾਨਕ ਦੇ ਘਰ ਦੇ ਫਕੀਰ ਬਣ ਗਏ ਨੇ। ਤੇ ਇਹ ਹੈ ਹੀ ਫਕੀਰਾਂ ਦਾ ਪੰਥ ਹੈ, ਜਿਹੜਾ ਦੁਨਿਆਵੀ ਘਾਟਿਆਂ ਤੋਂ ਬੜਾ ਉੱਤੇ ਚੱਲਦਾ ਹੈ। ਇਹ ਕਹਿ ਦੇਣਾ ਸੌਖਾ ਹੈ, ਜਿਹੜਾ ਦੁਨਿਆਵੀ ਲਾਭ ਹਾਨੀ ਤੋਂ ਬੜਾ ਉੱਤੇ ਚੱਲਦਾ ਪਿਆ ਹੈ, ਜਿਹਦੇ ਚਿੱਤ ਦਾ ਇੱਕ ਸਵਾਦ ਉਸ ਬੀਬੀ ਵਰਗਾ ਹੋ ਗਿਆ ਹੈ, ਜਿਹਨੂੰ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਵੀ ਉਹ ਕਹਿੰਦੀ ਹੈ ਮੈਂ ਸੁੱਤੀ ਹੋਵਾਂ, ਜਾਗਦੀ ਹੋਵਾਂ, ਖਾਂਦੀ ਹੋਵਾਂ, ਪੀਂਦੀ ਹੋਵਾਂ, ਮੈਂ ਤੁਰਦੀ ਹੋਵਾਂ, ਮੈਂ ਭੁੱਖੀ ਵੀ ਹੋਵਾਂ, ਇੱਕ ਆਨੰਦ ਨਹੀਂ ਮੇਰੇ ਅੰਦਰੋਂ ਖਤਮ ਹੋਣਾ ਚਾਹੀਦਾ। ਉਹ ਚੀਜ਼ ਸਾਡੇ ਅੰਦਰ ਆਉਣੀ ਚਾਹੀਦੀ ਹੈ, ਕਿਉਂਕਿ ਅਸੀਂ ਗੁਰੂ ਨਾਨਕ ਦੇ ਘਰ ਦੇ ਫਕੀਰ ਬਣ ਗਏ ਹਾਂ। ਤੇ ਮੈਂ ਬੇਨਤੀ ਕੀਤੀ ਹੈ, ਜਿਹੜੇ ਇਸ ਘਰ ਦੇ ਫਕੀਰ ਬਣ ਗਏ ਨਾ, ਉਹ ਦੁਨੀਆ ਦੇ ਬਾਦਸ਼ਾਹ ਨੂੰ ਦਾਤਾਂ ਵੰਡ ਸਕਦੇ ਨੇ। ਭਾਈ ਨੰਦ ਲਾਲ ਜੀ ਦਾ ਹਵਾਲਾ ਹੈ, ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਉਹ ਬੰਦੇ ਵੇਖੇ ਨੇ, ਜਿਨ੍ਹਾਂ ਦੇ ਵੱਲ ਇੱਕ ਵਾਰ ਮਹਾਰਾਜ ਨੇ ਵੇਖਿਆ ਤੇ ਉਹਨਾਂ ਨੂੰ ਆਪਣੀ ਹੋਸ਼ ਹੀ ਭੁੱਲ ਗਈ। ਦੀਦਮੇ ਉਹ ਰੂਏ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੇ ਮਹਾਰਾਜ ਜੀ ਦਾ ਇੱਕ ਵਾਰ ਚਿਹਰਾ ਵੇਖ ਲਿਆ। ਦੀਦਮੇ ਉਹ ਰੂਏ, ਰੂਹ ਦਾ ਮਤਲਬ ਹੁੰਦਾ ਹੈ ਚਿਹਰਾ। ਜਿਨ੍ਹਾਂ ਨੇ ਇੱਕ ਵਾਰ ਇਹਨਾਂ ਅੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖ ਲਿਆ ਹੈ ਨਾ, ਮਸਤ ਹੱਕ ਦਰ ਕੂਏ ਗੁਰੂ ਗੋਬਿੰਦ ਸਿੰਘ। ਉਹ ਕਹਿੰਦੇ ਆਨੰਦਪੁਰ ਦੀਆਂ ਗਲੀਆਂ ਦੇ ਵਿੱਚ ਨਾ ਮਸਤਾਨਿਆਂ ਦੇ ਵਾਂਗ ਫਿਰਦੇ ਨੇ, ਮਤਲਬ ਦੁਨਿਆਵੀ ਸੋਚਾਂ ਤੋਂ ਬੇਪਰਵਾਹ ਹੋ ਕੇ ਫਿਰਦੇ ਨੇ। ਫਿਰ ਉਹ ਸਿਰਾਂ ਦੀਆਂ ਗਿਣਤੀਆਂ ਨਹੀਂ ਕਰਦੇ, ਫਿਰ ਉਹ ਇਕੱਲੇ ਹੀ 1.25 ਲੱਖ ਹੋ ਜਾਂਦੇ ਨੇ। ਤੇ ਉਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਜਿਹੜਾ ਭਿਖਾਰੀ ਵੀ ਹੈ ਨਾ, ਭਿਖਾਰੀ ਤੇ ਕੋਈ ਵੀ ਨਹੀਂ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ, ਸਾਰੇ ਬਾਦਸ਼ਾਹ ਨੇ। ਪਰ ਅਸੀਂ ਹੁਣ ਜਦੋਂ ਇੱਥੇ ਬੈਠਦੇ ਹਾਂ ਨਾ, ਤੇ ਫਿਰ ਅਸੀਂ ਕੀ ਕਹਿ ਕੇ ਬੈਠਦੇ ਹਾਂ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਸੱਚੇ ਪਾਤਸ਼ਾਹ ਤੂੰ ਸਾਡੀ ਇੱਜ਼ਤ ਦਾ ਦਾਤਾ ਹੈ। ਹੁਣ ਅਸੀਂ ਤੇਰੇ ਘਰ ਦੇ ਭਿਖਾਰੀ ਹੋ ਕੇ ਬੈਠੇ ਹਾਂ, ਇੱਥੇ ਅਸੀਂ ਭਿਖਾਰੀ ਹਾਂ। ਪਰ ਭਾਈ ਨੰਦ ਲਾਲ ਕਹਿੰਦੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੇ ਭਿਖਾਰੀ ਨੇ ਨਾ, ਉਹ ਦੁਨੀਆ ਦੇ ਬਾਦਸ਼ਾਹ ਨੂੰ ਦਾਤਾਂ ਦੇਣ ਵਾਲੇ ਨੇ। ਉਹ ਬਾਦਸ਼ਾਹ ਦੇ ਪੱਲੇ ਕੀ ਹੈ ਜੋ ਉਹਨਾਂ ਦੇ ਪੱਲੇ ਹੈ? ਉਹ ਦੁਨੀਆ ਦੇ ਬਾਦਸ਼ਾਹਾਂ ਨੂੰ ਰਜਾ ਸਕਦੇ ਨੇ। ਕਿਉਂ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੇ ਭਿਖਾਰੀ ਨੇ। ਸਾਨੂੰ ਮਹਾਰਾਜ ਨੇ ਆਪਣੇ ਘਰ ਦੇ ਫਕੀਰ ਬਣਾਇਆ। ਇਸ ਕਰਕੇ ਸਿੱਖੀ ਫਕੀਰਾਂ ਵਾਲਾ ਧਰਮ ਹੈ। ਫਕੀਰ ਦਾ ਮਤਲਬ ਇਹ ਨਹੀਂ ਵੀ ਪਾਟੇ ਦੇ ਕੱਪੜੇ ਪਾ ਕੇ ਤੁਰੇ ਫਿਰੀਏ। ਫਕੀਰੀ ਦਾ ਮਤਲਬ ਹੈ ਸਾਰਾ ਕੁਝ ਜਿੱਦਾਂ ਬੇਪਰਵਾਹ ਹੋ ਕੇ ਤੁਰਦਾ ਹੈ ਨਾ, ਵੀ ਜੋ ਕੁਝ ਹੋ ਜਾਣਾ ਹੈ ਸਹਿਜ ਦੇ ਵਿੱਚ ਹੋ ਜਾਣਾ ਹੈ, ਇੱਦਾਂ ਦੀ ਫਕੀਰੀ ਮਹਾਰਾਜ ਨੇ ਸਾਨੂੰ ਦਿੱਤੀ ਹੈ। ਗੁਰਮੁਖ ਦਰ ਦਰਵੇਸ਼, ਜਿਸ ਗੁਰੂ ਦੀ ਮਹਿਮਾ ਅਗੰਮ ਹੈ, ਸਾਨੂੰ ਕਿਰਪਾ ਕਰਕੇ ਗੁਰਮੁਖ ਬਣਾ ਕੇ ਤੇ ਉਸ ਘਰ ਦੇ ਫਕੀਰ ਬਣਾ ਦਿੱਤਾ ਹੈ। ਸੱਚ ਸੁਹਾਣਿਆ, ਤੇ ਉਹਨਾਂ ਫਕੀਰਾਂ ਨੂੰ ਸੱਚ ਸੁਣਨਾ ਚੰਗਾ ਲੱਗਦਾ ਹੈ। ਉਹਨਾਂ ਫਕੀਰਾਂ ਨੂੰ ਸੰਗਤ ਦੇ ਵਿੱਚ ਆ ਕੇ ਬੈਠਣਾ ਸੋਹਣਾ ਲੱਗਦਾ ਹੈ। ਗੁਰੂ ਬਖਸ਼ਿਸ਼ ਦੇ ਸਦਕਾ ਇਹ ਇੱਕ ਪੌੜੀ ਅੱਜ ਅਸੀਂ ਵਿਚਾਰੀ ਹੈ। ਆਪ ਜੀ ਦੇ ਚਰਨਾਂ ਦੇ ਵਿੱਚ ਮੇਰੇ ਪਾਸੋਂ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ